ਸਾਹਿਬ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ। चिंता लाहे हमारी, अगर न सूझै दूजी ठाहरो। हार भरियो तो द्वारी, लेखा छोड़िया लेखै छूटै। हम निर्गुण लेहो उबारी, सद बख्शिंद सदा मेहरबाना। सबना दे आधारी, नानक दास संत पाछै परियो। राख लिहो ਇਹ ਬਾਰੀ, ਸੁਕਾਓ ਟਲ ਗੁਰ ਸੇਵੀਐ। ਐਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ। ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸੰਮਿ। ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਘਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੈ। ਪਤ ਝੋਲੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਬਾਬਾ ਗੋਰਖ ਜਾਗੈ, ਗੋਰਖ ਸੋਜਨ ਗੋਏ ਉਠਾਲੀ। ਕਰਤੈ ਬਾਰ ਨਾ ਲਾਗੈ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਬਾਜੇ ਲੋਕ ਸੁਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਕੀ ਬਾਣੀ ਦੇ ਕੀਰਤਨ ਨਿਤਨੇਮ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਇਸ ਵੇਲੇ ਸਤਿਗੁਰੂ ਜੀ ਸਾਨੂੰ ਲੜੀਵਾਰ ਕਥਾ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਨਜ਼ਰੋ ਨਜ਼ਰੀ ਨਿਹਾਲ ਕਰ ਰਹੇ ਨੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਰਾਮ ਕਲੀ ਰਾਗ ਦੇ ਅੰਦਰ ਪਹਿਲੇ ਗੁਰਦੇਵ ਸਾਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਸ਼ਬਦ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਸ ਵੇਲੇ ਸਤਿਗੁਰੂ ਜੀ ਦੇਸਾਂ ਦਸੰਤਰਾਂ ਦਾ ਰਟਨ ਕਰਦਿਆਂ ਹੋਇਆਂ, ਭ੍ਰਮਣ ਕਰਦਿਆਂ ਹੋਇਆਂ ਸਤਿਗੁਰੂ ਜੀ ਸਮੇਰ ਪਰਬਤ 'ਤੇ ਜਾ ਕੇ ਪਹੁੰਚੇ।
ਤੇ ਸਮੇਰ ਪਰਬਤ ਦੇ ਉੱਪਰ ਮਹਾਰਾਜ ਜੀ ਦਾ ਸਿੱਧਾਂ ਦੇ ਨਾਲ ਮਿਲਾਪ ਹੋਇਆ। ਇਹਨਾਂ ਸਿੱਧਾਂ ਵਿੱਚੋਂ ਜਿਹੜਾ ਗੋਰਖਨਾਥ ਸਿੱਧ ਹੈ ਉਹ ਸਭ ਤੋਂ ਵੱਡਾ ਔਰ ਸ਼ਕਤੀਸ਼ਾਲੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿਣ ਲੱਗਾ, ਸਤਿਗੁਰੂ ਆਪ ਜੀ ਗੁਰੂ ਧਾਰਨ ਕਰੋ, ਕਿਉਂਕਿ ਦੁਨੀਆ ਵਿੱਚ ਰਾਮਚੰਦਰ ਵਰਗੇ ਅਵਤਾਰ ਹੋਏ, ਉਹਨਾਂ ਨੇ ਵੀ ਗੁਰੂ ਬਣਾਇਆ ਹੈ, ਗੁਰੂ ਧਾਰਨ ਕੀਤਾ ਹੈ। ਭਗਵਾਨ ਕ੍ਰਿਸ਼ਨ ਵਰਗੇ ਅਵਤਾਰ ਹੋਏ, ਉਹਨਾਂ ਨੇ ਵੀ ਗੁਰੂ ਧਾਰਨ ਕੀਤਾ ਹੈ। ਤੁਸੀਂ ਇਸ ਦੁਨੀਆ ਵਿੱਚ ਆਏ ਹੋ, ਤੁਸੀਂ ਵੀ ਗੁਰੂ ਧਾਰਨ ਕਰੋ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ, ਗਿਆਨ ਗੁਰੂ ਆਤਮ ਉਪਦੇਸੋ। ਅਸੀਂ ਗਿਆਨ ਨੂੰ ਗੁਰੂ ਧਾਰਨ ਕੀਤਾ ਹੋਇਆ ਹੈ, ਸਾਨੂੰ ਗੁਰੂ ਧਾਰਨ ਕਰਨ ਦੀ ਲੋੜ ਨਹੀਂ ਹੈ। ਜਦੋਂ ਮਹਾਰਾਜ ਜੀਆਂ ਦੇ ਬਚਨ ਸੁਣੇ ਤੇ ਉਸ ਵੇਲੇ ਗੋਰਖਨਾਥ ਆਪਣੀ ਸ਼ਕਤੀ ਦੇ ਬਲ ਦੇ ਨਾਲ ਜਿਸ ਸਿਲਾ ਦੇ ਉੱਪਰ ਮਹਾਰਾਜ ਬੈਠੇ ਸਨ, ਉਸ ਸਿਲਾ ਨੂੰ ਉਡਾਉਣਾ ਚਾਹੁੰਦਾ ਹੈ ਕਿ ਮੈਂ ਸਤਿਗੁਰਾਂ ਨੂੰ ਸਮੇਤ ਹੀ ਸਿਲਾ ਦੇ ਉਡਾ ਦੇਵਾਂ, ਆਕਾਸ਼ ਦੇ ਵਿੱਚ ਆਪਣੀ ਤਾਕਤ ਨੂੰ ਵਰਤ ਕੇ। ਸੋ ਇਹ ਮਨਸ਼ਾ ਮਨ ਦੇ ਵਿੱਚ ਰੱਖ ਕੇ ਜਿਸ ਵੇਲੇ ਗੋਰਖਨਾਥ ਨੇ ਆਪਣੀ ਤਾਕਤ ਨੂੰ ਵਰਤਿਆ, ਉਹ ਸਿਲਾ ਜਿਹੜੀ ਹੈ ਇਹਦੀ ਸ਼ਕਤੀ ਦੇ ਨਾਲ ਹਿੱਲੀ ਨਹੀਂ ਹੈ। ਫਿਰ ਵੇਖਿਆ ਵੀ ਇਹ ਤੇ ਸਾਡੇ ਤੋਂ ਭਾਰੀ ਭਰਕਮ ਨੇ, ਇਹ ਤੇ ਵੱਡੇ ਨੇ ਸਾਡੇ ਨਾਲੋਂ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਫਿਰ ਬੇਨਤੀ ਕਰਦਾ, ਕਹਿਣ ਲੱਗਾ, ਸਤਿਗੁਰੂ ਤੁਸੀਂ ਸਾਡੇ ਮੱਤ ਵਿੱਚ ਆ ਜਾਓ, ਤੁਸੀਂ ਜੋਗੀ ਬਣ ਜਾਓ। ਮਨ ਦਾ ਖਿਆਲ ਇਹ ਹੈ ਵੀ ਇਹ ਬੜੇ ਸਿੱਧ ਨੇ, ਸ਼ਕਤੀ ਵਾਲੇ, ਕਰਨੀ ਵਾਲੇ ਨੇ, ਇਹ ਸਾਡੇ ਮੱਤ ਵਿੱਚ ਆ ਜਾਣਗੇ, ਸਾਡੀ ਹੋਰ ਜੈ ਜੈਕਾਰ ਹੋਵੇਗੀ, ਸਿੱਧਾਂ ਦੀ ਹੋਰ ਜਿਹੜੀ ਹੈ ਮਸ਼ਹੂਰੀ ਹੋ ਜਾਏਗੀ, ਹੋਰ ਵੱਡੀ ਗੱਲ ਇਹਨਾਂ ਦੀ ਦੁਨੀਆ ਵਿੱਚ ਬਣੇਗੀ। ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਸੁਣਿਆ ਗੋਰਖਨਾਥ ਦਾ। ਮਹਾਰਾਜ ਕਹਿਣ ਲੱਗੇ, ਭਾਈ ਬਚਨ ਇਹ ਹੈ ਗੁਰਮੁਖੋ ਵੀ ਅਸੀਂ ਤੇ ਪਹਿਲਾਂ ਹੀ ਯੋਗ ਸਾਧਨਾ ਧਾਰਨ ਕੀਤੀ ਹੋਈ ਹੈ। ਪੁੱਛਿਆ ਮਹਾਰਾਜ, ਅਸੀਂ ਤੇ ਆ ਵੇਖੋ ਗਲ ਵਿੱਚ ਝੋਲੀ ਪਾਉਂਦੇ ਹਾਂ, ਕੰਨ ਵਿੱਚ ਮੁੰਦਰਾਂ ਪਾਉਂਦੇ ਹਾਂ, ਇਹ ਭਗਵੇਂ ਰੰਗ ਦੇ ਵਸਤਰ ਪਾਉਂਦੇ ਹਾਂ, ਸਿੰਗੀ ਵਜਾਉਂਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਪਾਤਸ਼ਾਹ ਤੁਹਾਡੇ ਕੋਲ ਨਾ ਕੋਈ ਸਿੰਗੀ ਹੈ, ਨਾ ਕੋਈ ਝੋਲੀ ਹੈ, ਨਾ ਕੋਈ ਮੁੰਦਰਾਂ ਪਾਈਆਂ। ਤੁਸੀਂ ਕਿਵੇਂ ਦੇ ਜੋਗੀ ਹੋ? ਕਿਵੇਂ ਦਾ ਯੋਗ ਤੁਸੀਂ ਧਾਰਨ ਕੀਤਾ ਹੈ? ਜਿਸ ਵੇਲੇ ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਸੁਣੇ ਤੇ ਫਿਰ ਪਾਤਸ਼ਾਹ ਨੇ ਇਹ ਸ਼ਬਦ ਬਖਸ਼ਿਸ਼ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤਾ ਹੈ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਖੀ ਤੋਂ ਭਾਵ ਹੈ ਗੁਰਮੁਖੋ ਜਿਹੜੀ ਪ੍ਰਾਪਤੀ ਹੈ ਨਾ, ਤੇ ਸ਼ਬਦ ਕਹੀਏ ਉਪਦੇਸ਼, ਜਿਹੜਾ ਪਰਮਾਤਮਾ ਦੀ ਪ੍ਰਾਪਤੀ ਦਾ ਉਪਦੇਸ਼ ਉਚਾਰਨ ਕਰਦੇ ਹਾਂ। ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ ਇਹੋ ਹੀ ਅਸੀਂ ਇਹ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਇਹ ਸਾਖੀ ਜੋ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਇਹ ਚੇਤਨ ਸਾਖੀ ਜੋ ਪਰਮਾਤਮਾ ਹੈ ਉਸ ਦੀ ਪ੍ਰਾਪਤੀ ਕਰਨੀ, ਇਹ ਸ਼ਬਦ ਕਹੀਏ ਅਸੀਂ ਉਪਦੇਸ਼ ਜਿਹੜਾ ਦਿੰਦੇ ਹਾਂ, ਇਹੀ ਅਸੀਂ ਸਿੰਗੀ ਵਜਾਈ ਹੈ। ਸਿੰਗੀ ਜਿਹੜੇ ਜੋਗੀ ਨੇ ਉਹ ਹਿਰਨ ਦਾ ਸਿੰਗ ਲੈ ਕੇ ਤੇ ਉਸ ਨੂੰ ਵਜਾਉਂਦੇ ਨੇ, ਉਹਦੇ ਵਿੱਚੋਂ ਆਵਾਜ਼ ਕੱਢਦੇ ਨੇ। ਹਿਰਨ ਦੇ ਸਿੰਗ ਨੂੰ ਵਜਾਉਣਾ, ਇਸ ਨੂੰ ਸਿੰਗੀ ਕਹਿੰਦੇ। ਜੋਗੀਆਂ ਨੇ ਸਵਾਲ ਕੀਤਾ, ਮਹਾਰਾਜ ਤੁਹਾਡੇ ਕੋਲ ਸਿੰਗੀ ਕਿਹੜੀ ਹੈ, ਹਿਰਨ ਦਾ ਸਿੰਗ ਕਿਹੜਾ ਹੈ? ਤੇ ਪਾਤਸ਼ਾਹ ਕਹਿਣ ਲੱਗੇ, ਸੁਰਤ ਸ਼ਬਦ ਸਾਖੀ ਮੇਰੀ ਸਿੰਗੀ। ਸਾਖੀ ਤੋਂ ਭਾਵ ਲੈ ਲੈਣਾ ਜਿਹੜੀ ਪਰਮਾਤਮਾ ਦੀ ਪ੍ਰਾਪਤੀ ਹੈ। ਸ਼ਬਦ ਕਹੀਏ ਜਿਹੜਾ ਉਸ ਦਾ ਉਪਦੇਸ਼ ਉਚਾਰਨ ਕਰਦੇ ਹਾਂ, ਸਿੱਧੋ ਇਹੋ ਹੀ ਸਾਡੇ ਕੋਲ ਸਿੰਗੀ ਹੈ। ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਗੱਲ ਕਰਦੇ ਹਾਂ ਜਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਜਿਹੜਾ ਉਪਦੇਸ਼ ਦਿੰਦੇ ਹਾਂ, ਇਹੋ ਹੀ ਸਾਡੇ ਕੋਲ ਸਿੰਗੀ ਹੈ। ਇਹ ਸਿੰਗੀ ਧਾਰਨ ਕੀਤੀ ਹੈ। ਫਿਰ ਬਖਸ਼ਿਸ਼ ਕਰਦੇ ਹਨ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਸਾਖੀ ਤੋਂ ਭਾਵ ਹੈ ਗੁਰਮੁਖੋ ਆਪਣੇ ਆਪ ਨੂੰ ਸੋ ਜਿਹੜਾ ਸ਼ਬਦ ਕਹੀਏ ਬ੍ਰਹਮ ਰੂਪ ਨਿਸ਼ਚੈ ਕਰ ਲਿਆ ਹੈ। ਆਪਣੇ ਆਪ ਨੂੰ ਜਿਹੜਾ ਬ੍ਰਹਮ ਰੂਪ ਨਿਸ਼ਚੈ ਕਰਨਾ ਕਿ ਮੈਂ ਮਨ ਤੂ ਜੋਤ ਸਰੂਪ ਹੈ, ਇਸ ਤਰ੍ਹਾਂ ਨਿਸ਼ਚੈ ਕਰ ਲੈਣਾ ਕਿ ਉਹ ਨਿਰੰਕਾਰ ਦਾ ਰੂਪ ਮੈਂ ਹਾਂ ਤੇ ਮੈਂ ਹੀ ਉਸ ਨਿਰੰਕਾਰ ਦਾ ਰੂਪ ਹਾਂ। ਜਿਹੜੀ ਇਹ ਬਿਰਤੀ ਧਾਰਨ ਕਰ ਲੈਣੀ, ਪਰਮੇਸ਼ਰ ਨੂੰ ਸਾਰਿਆਂ ਥਾਵਾਂ 'ਤੇ ਹਾਜ਼ਰ ਨਾਜ਼ਰ ਜਾਣਨਾ, ਆਪਣੇ ਅੰਦਰ ਵੀ ਸਮਾਇਆ ਹੋਇਆ ਉਸ ਨੂੰ ਜਾਣਨਾ। ਜੋ ਬ੍ਰਹਮੰਡ ਹੈ ਸੋਈ ਪਿੰਡੇ। ਇਹ ਮਹਾਰਾਜ ਜੀਆਂ ਦੇ ਬਚਨ ਜਿਹੜੇ ਹਨ। ਕਹਿਣ ਲੱਗੇ, ਸੁਰਤ ਸ਼ਬਦ ਸਾਖੀ ਮੇਰੀ ਸਿੰਘੀ।
ਸੋ ਗੁਰਮੁਖੋ, ਜਿਹੜਾ ਪਰਮਾਤਮਾ ਨੂੰ ਇਹ ਬ੍ਰਹਮ ਰੂਪ ਨਿਸ਼ਚੇ ਕਰਨਾ ਹੈ, ਇਹੋ ਹੀ ਸਾਡੀ ਸਿੰਗੀ ਜਿਹੜੀ ਹੈ, ਹਿਰਨ ਦਾ ਸਿੰਘ ਵਜਾਉਣਾ, ਇਹੋ ਹੀ ਅਸੀਂ ਸਿੰਘ ਵਜਾਉਂਦੇ ਹਾਂ ਕਿ ਜਿਹੜਾ ਆਪਣੇ ਆਪ ਨੂੰ ਬ੍ਰਹਮ ਦਾ ਰੂਪ ਕਥਨ ਕੀਤਾ ਹੈ ਵੀ ਅਸੀਂ ਉਸ ਬ੍ਰਹਮ ਦੇ ਵਿੱਚ ਸਮਾਏ ਹੋਏ ਹਾਂ। ਬਾਜੈ ਲੋਕ ਸੁਣੈ। ਅਤੇ ਇਸ ਸਿੰਗੀ ਨੂੰ ਸੁਣਦਾ ਕੌਣ ਹੈ? ਤੇ ਪਾਤਸ਼ਾਹ ਕਹਿਣ ਲੱਗੇ, ਸੋ ਬਚਨ ਸੀ ਮਹਾਰਾਜ ਦਾ ਸੁਰਤ। ਸੁਰਤ ਤੋਂ ਭਾਵ ਹੈ ਗੁਰਮੁਖੋ ਸੋ ਰਤ। ਵੱਖਰਾ ਵੱਖਰਾ ਪਾਠ ਕਰ ਦਈਏ। ਸੋ ਰਤ ਤੋਂ ਭਾਵ ਹੁੰਦਾ ਉਹ ਸ੍ਰੇਸ਼ਟ ਪ੍ਰੀਤੀ। ਰਤ ਕਹਿੰਦੇ ਪ੍ਰੀਤੀ ਨੂੰ, ਤੇ ਸੱਸੇ ਨੂੰ ਔਂਕੜ ਤੋਂ ਭਾਵ ਲੈ ਲੈਣਾ ਉਹ ਜਿਹੜੀ ਸ੍ਰੇਸ਼ਟ ਪ੍ਰੀਤੀ ਹੈ, ਉਸ ਸ੍ਰੇਸ਼ਟ ਪ੍ਰੀਤੀ ਨੂੰ ਫਿਰ ਲੋਕ ਸੁਣਦੇ ਨੇ। ਜਦੋਂ ਇਸ ਤਰ੍ਹਾਂ ਦੀ ਸਿੰਗੀ ਵੱਜਦੀ ਹੈ ਨਾ, ਉਸ ਪ੍ਰੀਤੀ ਨੂੰ, ਪ੍ਰੇਮ ਵਾਲੀ ਸਿੰਗੀ ਨੂੰ ਦੁਨੀਆ ਸੁਣਦੀ ਹੈ। ਐਸੀ ਦਾਤ ਉਸ ਵੇਲੇ ਪ੍ਰਾਪਤ ਹੁੰਦੀ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਸੁਤ ਸ਼ਬਦ ਸਾਖੀ ਮੇਰੀ ਸਿੰਗੀ, ਬਾਜੈ ਲੋਕ ਸੁਣੈ। ਸੋ ਗੁਰਮੁਖੋ, ਸੁਰਤ ਦਾ ਦੂਜਾ ਅਰਥ ਵਿਦਵਾਨਾਂ ਨੇ ਕੀਤਾ ਗਿਆਤ ਵਾਲੇ ਜਿਹੜੇ ਲੋਕ ਨੇ। ਸੁਰਤ ਤੋਂ ਭਾਵ ਜਿਨ੍ਹਾਂ ਨੂੰ ਸੁਰਤੀ, ਜਿਨ੍ਹਾਂ ਦੀ ਜਾਗੀ ਹੈ, ਜਿਨ੍ਹਾਂ ਨੂੰ ਗਿਆਨ ਹੋਇਆ ਹੈ, ਜਿਹੜੇ ਗਿਆਨਵਾਨ ਗੁਰਮੁਖ ਨੇ। ਸੋ ਕਹਿਣ ਲੱਗੇ ਉਹੀ ਇਸ ਸਿੰਗੀ ਨੂੰ ਸੁਣ ਸਕਦੇ ਕਿ ਸਾਰਿਆਂ ਥਾਵਾਂ 'ਤੇ ਆਪਣੇ ਆਪ ਨੂੰ ਬ੍ਰਹਮ ਨਿਸ਼ਚੇ ਕੀਤਾ ਹੈ, ਤੇ ਇਸ ਤਰ੍ਹਾਂ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ। ਇਹ ਮਹਾਰਾਜ ਸਾਹਿਬ ਜੀ ਸਿੱਧਾ ਨੂੰ ਉਪਦੇਸ਼ ਦਿੰਦੇ ਪਏ। ਕਹਿਣ ਲੱਗੇ ਭਾਈ, ਆ ਹਿਰਨ ਦਾ ਸਿੰਘ ਵਜਾਉਣ ਦੇ ਨਾਲ ਕੁਝ ਨਹੀਂ ਹੋਣਾ। ਅਸੀਂ ਤੇ ਜਿਹੜਾ ਆਪਣੇ ਆਪ ਨੂੰ ਬ੍ਰਹਮ ਨਿਸ਼ਚੇ ਕੀਤਾ ਹੈ, ਇਹੋ ਹੀ ਅਸੀਂ ਸਿੰਘ ਵਜਾਉਂਦੇ ਪਏ ਹਾਂ। ਜਾਂ ਉਹ ਸਾਖੀ ਚੇਤਨ ਜੋ ਪਰਮਾਤਮਾ ਹੈ, ਉਸ ਦੀ ਪ੍ਰਾਪਤੀ ਦਾ ਜਿਹੜਾ ਉਪਦੇਸ਼ ਦਿੰਦੇ, ਇਹੋ ਹੀ ਸਿੰਘ ਵਜਾਉਂਦੇ ਪਏ ਹਾਂ। ਸਿੱਧਾ ਨੇ ਪੁੱਛਿਆ, ਮਹਾਰਾਜ ਉਹ ਸਿੰਗੀ ਵੱਜਦੀ ਫਿਰ ਸੁਣਾਈ ਤੇ ਦਿੰਦੀ ਨਹੀਂ ਹੈ। ਪਾਤਸ਼ਾਹ ਕਹਿਣ ਲੱਗੇ, ਸੁਰਤ ਬਾਜੈ ਲੋਕ ਸੁਣੈ। ਜਿਨ੍ਹਾਂ ਦੀ ਸ੍ਰੇਸ਼ਟ ਪ੍ਰੀਤੀ ਹੈ ਨਾ ਪਰਮਾਤਮਾ ਦੇ ਨਾਲ, ਇਹ ਭਾਈ ਸਿੰਗੀ ਉਹਨਾਂ ਨੂੰ ਹੀ ਸੁਣਾਈ ਦਿੰਦੀ ਹੈ, ਸਾਰਿਆਂ ਨੂੰ ਸੁਣਾਈ ਨਹੀਂ ਦਿੰਦੀ ਹੈ। ਇਸ ਤਰ੍ਹਾਂ ਦੀ ਦਾਤ ਮਹਾਰਾਜ ਫਰਮਾਉਂਦੇ ਹਨ। ਪੱਤ ਝੋਲੀ ਮੰਗਣ ਕਹਿ ਤਾਈ। ਉਸ ਵੇਲੇ ਸਿੱਧਾ ਨੇ ਆਖਿਆ, ਮਹਾਰਾਜ ਅਸੀਂ ਮੋਢੇ ਤੇ ਝੋਲੀ ਪਾਈ ਹੈ, ਇਹਦੇ ਵਿੱਚ ਆਟਾ ਦਾਣਾ ਮੰਗ ਕੇ ਲੋਕਾਂ ਕੋਲੋਂ ਪਾਉਂਦੇ ਹਾਂ। ਪਾਤਸ਼ਾਹ ਤੁਹਾਡੇ ਕੋਲ ਕੋਈ ਝੋਲੀ ਨਹੀਂ ਹੈ ਮੋਢੇ ਦੇ ਉੱਪਰ ਟੰਗੀ ਹੋਈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮੰਗਣ ਦੇ ਵਾਸਤੇ ਸਾਡੇ ਕੋਲ ਪੱਤ ਕਹੀਏ ਜਿਹੜੀ ਸ਼ਰਧਾ ਰੂਪੀ ਝੋਲੀ ਹੈ, ਇਹ ਹੈ ਸਾਡੇ ਕੋਲ ਭਾਈ। ਅਸੀਂ ਆ ਕੱਪੜੇ ਦੀ ਬਣੀ ਹੋਈ ਝੋਲੀ ਨਹੀਂ ਮੋਢੇ ਤੇ ਪਾਈ, ਅਸੀਂ ਸ਼ਰਧਾ ਨੂੰ ਹੀ ਆਪਣੀ ਝੋਲੀ ਬਣਾ ਲਿਆ ਹੈ। ਸੋ ਮੰਗਣ ਕਹਿ ਤਾਈ, ਮੰਗਣ ਵਾਸਤੇ ਪ੍ਰਮਾਤਮਾ ਦੇ ਕੋਲੋਂ ਦਾਤ। ਪੱਤ ਝੋਲੀ, ਪੱਤ ਨਾਮ ਸ਼ਰਧਾ ਦਾ, ਸ਼ਰਧਾ ਦੀ ਝੋਲੀ ਹੈ। ਕਾਹਦੇ ਵਾਸਤੇ? ਕਹਿਣ ਲੱਗੇ ਪੱਤ ਜਿਹੜਾ ਪਤੀ ਹੈ ਨਾ ਪਰਮਾਤਮਾ, ਉਸ ਦੇ ਕੋਲੋਂ ਅਗਰ ਭਾਕ ਹੋ ਕੇ ਬੇਨਤੀ ਕਰਦੇ ਆ, ਮਹਾਰਾਜ ਸਾਡੇ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ। ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ। ਇਹ ਅਸੀਂ ਆਪਣੀ ਸ਼ਰਧਾ ਰੂਪੀ ਝੋਲੀ ਦੇ ਵਿੱਚ ਨਾਮ ਦੀ ਖੈਰਾਤ ਲੈ ਕੇ ਮੰਗ ਕੇ ਪਾਉਂਦੇ ਹਾਂ। ਭੀਖਿਆ ਨਾਮ ਪੜੇ। ਅਤੇ ਇਸੇ ਤਰ੍ਹਾਂ ਸ਼ਰਧਾ ਰੂਪੀ ਝੋਲੀ ਦੇ ਵਿੱਚ ਨਾਮ ਰੂਪੀ ਭਿਖਿਆ ਨੂੰ ਪੜੇ ਕਹੀਏ ਪਾਵੇ। ਇਹ ਨਹੀਂ ਹੈ ਵੀ ਝੋਲੀ ਮੋਢੇ ਤੇ ਟੰਗ ਲਈ ਹੈ ਤੇ ਆਟਾ ਦਾਣਾ ਹੀ ਮੰਗਦਾ ਰਵੇ। ਸ਼ਰਧਾ ਰੂਪੀ ਝੋਲੀ ਰੱਖੇ ਤੇ ਉਹਦੇ ਵਿੱਚ ਬੇਨਤੀ ਇਹ ਕਰੇ, ਪਰਮਾਤਮਾ ਆਪਣਾ ਨਾਮ ਇਹਦੇ ਵਿੱਚ ਪਾਓ, ਕਿਰਪਾ ਕਰਕੇ ਮੇਰੀ ਸ਼ਰਧਾ ਦੇ ਵਿੱਚ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਇਸ ਤਰ੍ਹਾਂ ਬੇਨਤੀ ਕਰੇ। ਫਿਰ ਫਰਮਾਉਂਦੇ ਹਨ, ਪੱਤ ਝੋਲੀ ਮੰਗਣ ਕਹਿ ਤਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਵਿਚਾਰ ਰੂਪੀ ਪੱਤ ਕਹੀਏ ਭਾਂਡਾ ਹੈ। ਪੱਤ ਤੋਂ ਭਾਵ ਲੈ ਲੈਣਾ ਪਾਤਰ। ਪਾਤਰ ਕਹਿੰਦੇ ਭਾਂਡੇ ਨੂੰ ਗੁਰਮੁਖੋ। ਮਹਾਰਾਜ ਕਹਿਣ ਲੱਗੇ ਜਿਹੜੀ ਚੰਗੀ ਵਿਚਾਰ ਪੈਦਾ ਹੋਣੀ, ਇਹ ਪਾਤਰ ਕਹੀਏ ਭਾਂਡਾ ਹੈ। ਚੰਗੀ ਵਿਚਾਰ, ਇਹ ਸਾਡਾ ਸਰੀਰ ਵੀ ਤੇ ਇੱਕ ਭਾਂਡਾ ਹੀ ਹੈ ਨਾ, ਪਰ ਇਹਦੇ ਵਿੱਚੋਂ ਚੰਗੇ ਵਿਚਾਰ ਪੈਦਾ ਹੋਣੇ, ਸਤ ਸੰਤੋਖ ਦਇਆ ਧਰਮ, ਇਹ ਜਿਹੜੇ ਗੁਣ ਪੈਦਾ ਹੋ ਜਾਣੇ, ਵਿਚਾਰ ਪੈਦਾ ਹੋ ਜਾਣੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਇਸ ਤਰ੍ਹਾਂ ਦੇ ਵਿਚਾਰ ਜਿਹੜੇ ਪੈਦਾ ਹੋਣੇ, ਇਹ ਅਸੀਂ ਪਾਤਰ ਕਹੀਏ ਭਾਂਡਾ ਹੈ ਸਾਡੇ ਕੋਲ। ਅਤੇ ਪਾਤਸ਼ਾਹ ਕਹਿਣ ਲੱਗੇ ਖਿਮਾ ਰੂਪੀ ਝੋਲੀ ਹੈ, ਕਿਸੇ ਨੂੰ ਮਾਫ ਕਰ ਦੇਣਾ, ਕਿਸੇ ਦਾ ਔਗਣ ਵੇਖ ਕੇ, ਗੁਨਾਹ ਵੇਖ ਕੇ ਉਸ ਨੂੰ ਮਾਫ ਕਰਨਾ, ਇਹ ਖਿਮਾ ਰੂਪੀ ਝੋਲੀ ਜਿਹੜੀ ਹੈ ਅਸੀਂ ਪਾਈ ਹੋਈ ਹੈ। ਭੀਖਿਆ ਨਾਮ ਪੜੇ। ਅਤੇ ਉਸ ਵਾਹਿਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, ਪਰਮਾਤਮਾ ਕਿਰਪਾ ਕਰ ਇਹਦੇ ਵਿੱਚ ਹੀ ਨਾਮ ਰੂਪੀ ਭਿਖਿਆ ਪਾ ਦੇ। ਸੋ ਐਸੀਆਂ ਅਸੀਂ ਬੇਨਤੀਆਂ ਕਰਦੇ ਹਾਂ ਕਿ ਵਿਚਾਰ ਰੂਪੀ ਭਾਂਡਾ ਹੈ, ਖਿਮਾ ਰੂਪੀ ਝੋਲੀ ਹੈ,
ਅਤੇ ਪਰਮਾਤਮਾ ਦੇ ਅੱਗੇ ਜਿਹੜੀ ਬੇਨਤੀ ਕਰਨੀ ਹੈ ਵੀ ਨਾਮ ਦੀ ਦਾਤ ਪਾਵੋ, ਇਹ ਬੇਨਤੀ ਕਰਕੇ ਅਸੀਂ ਇਸ ਝੋਲੀ ਨੂੰ ਭਰਦੇ ਹਾਂ। ਬਾਬਾ ਗੋਰਖ ਜਾਗੈ। ਉਸ ਵੇਲੇ ਸਿੱਧਾਂ ਨੇ ਸਵਾਲ ਕੀਤਾ, ਜੀ ਅਸੀਂ ਅਲੱਖ ਜਗਾਉਂਦੇ ਹਾਂ, ਪਾਤਸ਼ਾਹ ਤੁਸੀਂ ਕਿਹੜੀ ਅਲੱਖ ਜਗਾਈ ਹੈ? ਜੋਗੀ ਆ ਕੇ ਆਵਾਜ਼ ਦਿੰਦੇ ਨਾ ਉੱਚੀ ਸਾਰੀ, ਅਲੱਖ ਨਿਰੰਜਨ ਉੱਚੀ ਕਹਿ ਕੇ ਬੋਲਦੇ। ਉਸ ਵੇਲੇ ਸਿੱਧਾਂ ਦਾ ਸਵਾਲ ਹੈ, ਕਹਿਣ ਲੱਗੇ ਮਹਾਰਾਜ ਅਸੀਂ ਅਲੱਖ ਜਗਾਉਂਦੇ ਹਾਂ, ਆਪ ਜੀ ਨੇ ਕਿਹੜੀ ਅਲੱਖ ਜਗਾਈ ਹੈ, ਕਿਹੜੀ ਆਵਾਜ਼ ਦਿੰਦੇ ਹੋ? ਸੋ ਬਾਬਾ ਗੋਰਖ, ਬਾਬਾ ਤੋਂ ਭਾਵ ਗੁਰਮੁਖੋ ਵੱਡੇ ਦਾ ਹੈ। ਇਹ ਸਿੱਧ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਵੀ ਸਾਡੀਆਂ ਬੜੀਆਂ ਲੰਬੀਆਂ ਉਮਰਾਂ ਨੇ। ਮਛੰਦਰਨਾਥ ਵਰਗੇ 1500 ਸਾਲ ਦੀ ਉਮਰਾਂ ਨੂੰ ਭੋਗਣ ਵਾਲੇ ਸਨ। ਐਸੀ ਵੱਡੀ ਉਮਰ ਦੇ ਮਾਲਕ ਇਹ ਸਿੱਧ ਸਨ। ਕੋਈ 1500 ਸਾਲ ਦੀ ਉਮਰਾਂ ਰੱਖਦਾ, ਕੋਈ ਕਿੰਨੇ ਹਜ਼ਾਰ ਸਾਲ ਦੀ ਉਮਰਾਂ ਰੱਖਦਾ। ਇਹ ਵੱਡੀਆਂ ਉਮਰਾਂ ਵਾਲੇ ਜਿਹੜੇ ਸਿੱਧ ਹਨ ਉਹ ਆਖਦੇ ਹਨ, ਫਿਰ ਬਖਸ਼ਿਸ਼ ਕਰਦੇ ਹਨ। ਬਾਬਾ ਗੋਰਖ ਜਾਗੈ। ਕਹਿਣ ਲੱਗੇ ਬਾਬਾ ਹੈ ਭਾਈ ਗੋਰਖ, ਗੋਰਖ ਕੌਣ ਹੈ? ਜਿਸਨੇ ਗੋ ਕਹੀਏ ਧਰਤੀ ਨੂੰ ਰੱਖ ਕਹੀਏ ਰੱਖਿਆ ਹੈ। ਕਹਿਣ ਲੱਗੇ ਜੀ ਸਾਡਾ ਗੋਰਖ ਵੱਡਾ ਹੈ। ਸਿੱਧਾਂ ਨੇ ਆਖਿਆ। ਮਹਾਰਾਜ ਕਹਿਣ ਲੱਗੇ ਨਹੀਂ ਭਾਈ, ਗੋਰਖ ਉਹ ਹੈ ਜਿਹਨੇ ਗੋ ਨਾਮ ਧਰਤੀ ਦਾ ਤੇ ਰੱਖ ਨਾਮ ਜਿਹਨੇ ਰੱਖਿਆ ਕੀਤੀ ਹੈ। ਜਿਹੜਾ ਧਰਤੀ ਦੀ ਰੱਖਿਆ ਕਰਦਾ ਉਹ ਹੈ ਗੋਰਖ। ਗੋਰਖ ਉਹਨੂੰ ਕਿਹਾ ਜਾਂਦਾ ਜਿਹੜਾ ਸਾਡੀਆਂ ਇੰਦਰੀਆਂ ਦੀ ਰੱਖਿਆ ਕਰਦਾ ਹੈ, ਸਾਡੇ ਸਰੀਰ ਦੇ ਅੰਗਾਂ ਨੂੰ ਬਚਾ ਕੇ ਰੱਖਦਾ ਹੈ। ਗੋਰਖ ਉਹ ਹੈ ਜਿਹੜਾ ਵੇਦਾਂ ਦੀ ਰੱਖਿਆ ਕਰਕੇ ਵੇਦਾਂ ਵਿੱਚੋਂ ਉਪਦੇਸ਼ ਦਿੰਦਾ ਹੈ। ਕਹਿਣ ਲੱਗੇ ਭਾਈ ਉਹ ਜਾਗੈ, ਉਹ ਪਰਮਾਤਮਾ ਸਦਾ ਹੀ ਜਾਗਦਾ ਹੈ। ਕਦੇ ਕਿਸੇ ਨੇ ਸੁਣਿਆ ਵੀ ਅੱਜ ਪਰਮਾਤਮਾ ਸੁੱਤਾ ਹੋਇਆ, ਅੱਜ ਛੁੱਟੀ ਦਾ ਦਿਨ ਹੈ, ਅੱਜ ਉਹ ਆਰਾਮ ਕਰਦਾ ਪਿਆ, ਹੁਣ ਰਾਤ ਪੈ ਗਈ ਹੈ ਤੇ ਉਹ ਲੰਮੇ ਪੈ ਗਿਆ ਹੈ? ਨਹੀਂ, ਪਰਮਾਤਮਾ ਸਦਾ ਹੀ ਜਾਗਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਗੁਰਬਾਣੀ ਦਾ ਮਹਾਵਾਕ ਹੈ। ਗੁਰੂ ਪਰਮੇਸ਼ਰ ਸਦਾ ਹੀ ਜਾਗਦਾ ਹੈ, ਕਦੇ ਸੌਂਦਾ ਨਹੀਂ ਹੈ। ਬਾਬਾ ਗੋਰਖ, ਬਾਬਾ ਤੋਂ ਭਾਵ ਹੈ ਇਹ ਭਾਈ ਜਿਹੜਾ ਗੋਰਖ ਧਰਤੀ ਦੀ ਰੱਖਿਆ ਕਰਨ ਵਾਲਾ ਪਰਮਾਤਮਾ, ਉਹ ਜਾਗਿਆ ਕਹੀਏ ਜਾਗਦਾ ਹੈ। ਇਹੋ ਹੀ ਅਸਾਂ ਨੇ ਅਲੱਖ ਜਗਾਈ ਹੈ। ਜਿਵੇਂ ਜੋਗੀ ਆਵਾਜ਼ ਦਿੰਦੇ ਨਾ ਦਰਵਾਜ਼ੇ ਤੇ ਜਾ ਕੇ, ਅਲੱਖ ਨਿਰੰਜਨ ਆਖਦੇ। ਕਹਿਣ ਲੱਗੇ ਭਾਈ ਪਰਮੇਸ਼ਰ ਸਦਾ ਜਾਗਦਾ, ਇਹ ਮਨ ਵਿੱਚ ਅਸੀਂ ਜਾਣ ਲਿਆ ਹੈ। ਸਮਝ ਲਓ ਵੀ ਇਹੋ ਹੀ ਅਸੀਂ ਅਲੱਖ ਜਗਾਉਣਾ ਕੀਤੀ ਹੈ। ਗੋਰਖ ਸੋ ਦਿਨ ਗੋਏ ਉਠਾਲੀ। ਉਸ ਵੇਲੇ ਪੁੱਛਿਆ ਮਹਾਰਾਜ ਉਹ ਗੋਰਖ ਪਰਮਾਤਮਾ ਕਿਸ ਤਰ੍ਹਾਂ ਦਾ ਹੈ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਰਖ, ਉਹ ਜੋ ਗੋਰਖ ਹੈ ਨਾ ਪਰਮਾਤਮਾ, ਉਸਨੇ ਗੋਏ ਉਠਾਲੀ। ਗੋਏ ਤੋਂ ਭਾਵ ਹੈ ਸੰਸਾਰ ਰੂਪੀ ਜਿਹੜੀ ਬਾਜੀ ਹੈ, ਇਸ ਨੂੰ ਉਸਨੇ ਉਠਾ ਕੇ ਰੱਖਿਆ। ਕਿਹੜੀ ਬਾਜੀ ਨੂੰ ਉਠਾ ਕੇ ਰੱਖਿਆ ਹੈ? ਇਹ ਜੀਵਾਂ ਨੂੰ ਪੈਦਾ ਕਿਵੇਂ ਕਰਨਾ, ਫਿਰ ਇਹਨਾਂ ਜੀਵਾਂ ਨੂੰ ਖਾਣਾ ਪੀਣਾ ਕਿਵੇਂ ਦੇਣਾ ਹੈ, ਫਿਰ ਇਹਨਾਂ ਜੀਵਾਂ ਦੀ ਲੈਤਾ ਕਿਵੇਂ ਕਰਨੀ ਹੈ। ਇਹ ਉਸਨੇ ਆਪਣੇ ਉੱਪਰ ਜਿਹੜੀ ਜ਼ਿੰਮੇਵਾਰੀ ਉਠਾਈ ਹੈ ਪਰਮਾਤਮਾ ਨੇ, ਉਹ ਸਾਰੀ ਉਹਦੀ ਜ਼ਿੰਮੇਵਾਰੀ ਹੈ ਪਰਮਾਤਮਾ ਦੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਗੋਰਖ ਸੋ ਜਿਨ ਗੋਏ ਉਠਾਲੀ। ਸੋ ਗੋਏ ਨਾਮ ਬਾਜੀ ਦਾ, ਜਿਸ ਨੇ ਇਹ ਜ਼ਿੰਮੇਵਾਰੀ ਦੀ ਬਾਜੀ ਚੁੱਕੀ ਹੋਈ ਹੈ ਕਿ ਮੈਂ ਸਾਰਿਆਂ ਨੂੰ ਪੈਦਾ ਕਰਾਂਗਾ, ਮੈਂ ਸਾਰਿਆਂ ਦੀ ਪਾਲਣਾ ਕਰਾਂਗਾ, ਮੈਂ ਸਾਰਿਆਂ ਨੂੰ ਕਰਮਾਂ ਦਾ ਫਲ ਭੁਗਤਾਵਾਂਗਾ ਔਰ ਸਾਰਿਆਂ ਨੂੰ ਦੁੱਖ ਸੁੱਖ ਦੇਵਾਂਗਾ, ਫਿਰ ਮੌਤ ਵੀ ਵੰਡਾਂਗਾ। ਐਸਾ ਉਹ ਗੋਰਖ ਪਰਮਾਤਮਾ ਹੈ ਜਿਸ ਨੇ ਸਾਰਿਆਂ ਦੇ ਪਾਲਣ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਕਰਤੇ ਬਾਰ ਨਾ ਲੱਗੈ। ਔਰ ਗੁਰਮੁਖੋ ਉਸ ਨੂੰ ਕਰਦਿਆਂ ਹੋਇਆਂ ਦੇਰੀ ਨਹੀਂ ਲੱਗਦੀ ਹੈ। ਇਹ ਮਤਾ ਸਮਝ ਲਓ ਵੀ ਪਰਮਾਤਮਾ ਜੇ ਪਾਲੇਗਾ ਤੇ ਉਸ ਨੂੰ ਬੜਾ ਟਾਈਮ ਲੱਗੇਗਾ। ਸਤਿਗੁਰੂ ਕਹਿਣ ਲੱਗੇ ਨਹੀਂ, ਪਰਮਾਤਮਾ ਨੂੰ ਪਾਲਣ ਲੱਗਿਆਂ ਬਾਰ ਨਾ ਲੱਗੇ। ਬਾਰ ਨਾਮ ਡੇਰੀ ਦਾ। ਕਹਿਣ ਲੱਗੇ ਡੇਰੀ ਕੋਈ ਨਹੀਂ ਲੱਗਦੀ। ਜਦੋਂ ਜਨਮ ਦੇਣਾ ਝੱਟ ਹੀ ਦੇ ਦਿੰਦਾ, ਜਦੋਂ ਪਾਲਣਾ ਕਰਨੀ ਝੱਟ ਹੀ ਕਰ ਦਿੰਦਾ। ਉਸ ਨੂੰ ਪਾਲਣਾ ਕਰਦਿਆਂ, ਪੈਦਾ ਕਰਦਿਆਂ, ਸੰਭਾਲ ਕਰਦਿਆਂ ਡੇਰੀ ਨਹੀਂ ਲੱਗਦੀ। ਐਸਾ ਉਹ ਸਮਰੱਥ ਹੈ। ਪਾਣੀ ਪ੍ਰਾਣ ਪਵਨ ਬੰਦ ਰਾਖੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪਰਮੇਸ਼ਰ ਨੇ ਪਾਣੀ ਅਤੇ ਪਵਨ ਇਤਿਆਦਿ ਕੇ 5 ਤੱਤ ਨੇ ਗੁਰਮੁਖੋ। ਜਿਵੇਂ ਧਰਤੀ ਹੈ, ਅੱਗ ਹੈ, ਆਕਾਸ਼ ਹੈ, ਇਸੇ ਤਰ੍ਹਾਂ ਪਾਣੀ ਹੈ। ਇਹ 5 ਤੱਤ ਹਨ। ਇਹਨਾਂ 5 ਤੱਤਾਂ ਦੇ ਨਾਲ ਉਸ ਪਰਮਾਤਮਾ ਨੇ ਸੰਸਾਰ ਨੂੰ ਬੰਨ੍ਹ ਕੇ ਰੱਖਿਆ ਹੋਇਆ ਹੈ। ਇਹ ਸੰਸਾਰ 5 ਤੱਤਾਂ ਦਾ ਹੀ ਬਣਿਆ ਹੈ। ਇਹ ਸਾਡਾ ਸਰੀਰ ਵੀ 5 ਤੱਤਾਂ ਦਾ ਬਣਿਆ ਹੈ। ਸਤਿਗੁਰੂ ਕਹਿਣ ਲੱਗੇ ਉਸ ਪਰਮਾਤਮਾ ਨੇ
ਪੰਜਾਂ ਤੱਤਾਂ ਦੇ ਨਾਲ ਸਾਰੇ ਸੰਸਾਰ ਨੂੰ ਬੱਧਾ ਹੈ। ਚੰਦ ਸੂਰਜ ਮੁਖ ਦੀਏ ਅਤੇ ਇਸੇ ਤਰ੍ਹਾਂ ਚੰਦਰਮਾ ਤੇ ਸੂਰਜ ਇਹ ਦੋ ਮੁੱਖ ਦੀਵੇ ਬਣਾਏ ਪਰਮਾਤਮਾ ਨੇ। ਚੰਦਰਮਾ ਰਾਤ ਨੂੰ ਪ੍ਰਕਾਸ਼ ਕਰਦਾ ਹੈ, ਫਲਾਂ ਵਿੱਚ ਅਨਾਜ ਦੇ ਵਿੱਚ ਰਸ ਭਰਦਾ ਹੈ। ਸੂਰਜ ਸਵੇਰੇ ਪ੍ਰਕਾਸ਼ ਕਰਦਾ ਹੈ, ਨਾਲੇ ਇਹਨਾਂ ਫਲਾਂ ਨੂੰ, ਸਬਜ਼ੀਆਂ ਨੂੰ, ਫਸਲਾਂ ਨੂੰ ਪਕਾਉਂਦਾ ਹੈ। ਇਹ ਪਰਮਾਤਮਾ ਨੇ ਦੋ ਦੀਵੇ ਬਾਲੇ ਹੋਏ। ਪੰਜਾਂ ਤੱਤਾਂ ਦਾ ਸੰਸਾਰ ਰਚਿਆ। ਸੰਸਾਰ ਰਚ ਕੇ ਦੋ ਦੀਵੇ, ਇੱਕ ਰਾਤ ਦਾ, ਇੱਕ ਦਿਨ ਦਾ, ਇੱਕ ਚੰਦਰਮਾ, ਇੱਕ ਸੂਰਜ, ਇੱਕ ਰਸ ਦੇਣ ਵਾਲਾ, ਇੱਕ ਪਕਾਉਣ ਵਾਲਾ। ਇਹ ਪ੍ਰਮਾਤਮਾ ਨੇ ਦੋ ਬਾਲੇ ਹੋਏ, ਬਣਾਏ ਹੋਏ ਹਨ। ਮਰਨ ਜੀਵਨ ਕੋ ਧਰਤੀ ਦੀਨੀ ਉਸ ਪ੍ਰਮਾਤਮਾ ਨੇ ਮਰਨ ਵਾਸਤੇ ਵੀ ਧਰਤੀ ਦਿੱਤੀ ਹੈ। ਮਰਦੇ ਤੇ ਧਰਤੀ ਤੇ ਡਿੱਗਦੇ ਹਨ। ਜਦੋਂ ਸੰਸਕਾਰ ਹੁੰਦਾ ਉਦੋਂ ਵੀ ਧਰਤੀ ਤੇ ਲੰਮੇ ਪੈਂਦੇ ਹਨ। ਕਹਿਣ ਲੱਗੇ ਮਰਨ ਵਾਸਤੇ ਵੀ ਧਰਤੀ ਦਿੱਤੀ ਹੈ ਤੇ ਜਿਉਣ ਵਾਸਤੇ ਵੀ ਪ੍ਰਮਾਤਮਾ ਨੇ ਧਰਤੀ ਦਿੱਤੀ ਹੈ। ਅਸੀਂ ਬੈਠ ਕੇ ਅੰਨ ਪ੍ਰਸ਼ਾਦਾ ਛਕਦੇ ਧਰਤੀ ਤੇ, ਅਸੀਂ ਫਸਲਾਂ ਪੈਦਾ ਕਰਦੇ ਧਰਤੀ ਤੋਂ, ਅਸੀਂ ਕੋਈ ਵੀ ਕੰਮਕਾਰ, ਬਿਜ਼ਨਸ, ਵਪਾਰ ਕਰਦੇ ਧਰਤੀ ਤੇ ਦੌੜਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਸ ਪ੍ਰਮਾਤਮਾ ਨੇ ਮਰਨ ਜੀਵਨ ਕੋ ਧਰਤੀ ਦੀਨੀ, ਮਰਨ ਵਾਸਤੇ, ਜਿਉਣ ਵਾਸਤੇ, ਕੰਮ ਕਰਨ, ਕਾਰ ਕਰਨ ਵਾਸਤੇ ਉਸਨੇ ਧਰਤੀ ਸਾਨੂੰ ਬਖਸ਼ੀ ਹੈ। ਇਤੇ ਗੁਣ ਵਿਸਰੇ ਪਰ ਪਰਮਾਤਮਾ ਦੇ ਇੰਨੇ ਗੁਣ ਬੰਦਿਆ ਤੈਨੂੰ ਭੁੱਲ ਗਏ, ਤੈਨੂੰ ਭੁੱਲ ਗਏ ਉਹਦੇ ਗੁਣ। ਉਹਨੇ ਪੰਜਾਂ ਤੱਤਾਂ ਤੋਂ ਸੰਸਾਰ ਬਣਾਇਆ, ਪੰਜਾਂ ਤੱਤਾਂ ਤੋਂ ਤੇਰੀ ਦੇਹ ਬਣਾਈ ਹੈ। ਫਿਰ ਉਸਨੇ ਤੈਨੂੰ ਫਲ ਦੇਣ ਵਾਸਤੇ ਚੰਦਰਮਾ ਬਣਾਇਆ, ਰਸ ਭਰਿਆ ਕਰੇਗਾ। ਉਹਨਾਂ ਫਲਾਂ ਨੂੰ ਪਕਾਉਣ ਵਾਸਤੇ ਫਿਰ ਸੂਰਜ ਬਣਾਇਆ ਹੈ, ਪ੍ਰਕਾਸ਼ ਵੀ ਕਰੇਗਾ ਤੇ ਪਕਾਵੇਗਾ। ਫਿਰ ਤੈਨੂੰ ਧਰਤੀ ਦਿੱਤੀ ਹੈ ਆਰਾਮ ਕਰਨ ਵਾਸਤੇ। ਇੰਨੇ ਤੇਰੇ ਤੇ ਉਪਕਾਰ ਕੀਤੇ ਪਰਮਾਤਮਾ ਨੇ। ਪਰ ਇਤੇ ਗੁਣ ਵਿਸਰੇ, ਇਹ ਸਾਰੇ ਗੁਣ ਤੈਨੂੰ ਭੁੱਲ ਗਏ। ਤੂੰ ਕਦੇ ਰੱਬ ਦਾ ਸ਼ੁਕਰ ਨਹੀਂ ਕਰਦਾ। ਗੁਰਮੁਖੋ ਆਪਾਂ ਹਰ ਵੇਲੇ ਉਸ ਨੂੰ ਮਿਹਣਾ ਹੀ ਦਿੰਦੇ ਨਾ ਪਰਮਾਤਮਾ ਨੂੰ, ਰੱਬਾ ਤੂੰ ਕੀ ਕੀਤਾ ਹੈ। ਸਤਿਗੁਰੂ ਉਹ ਬਚਨ ਇੱਥੇ ਕਹਿੰਦੇ ਪਏ, ਕਹਿੰਦੇ ਵੇਖ ਤੇਰੇ ਤੇ ਕਿੰਨੇ ਪਰਉਪਕਾਰ ਕੀਤੇ, ਤੂੰ ਉਸ ਦੇ ਪਰਉਪਕਾਰਾਂ ਨੂੰ ਭੁੱਲ ਗਿਆ। ਮਹਾਰਾਜ ਇਸੇ ਪੰਕਤੀ ਨੂੰ ਪਾਣੀ ਪ੍ਰਾਣ ਤੋਂ ਫਿਰ ਬਖਸ਼ਿਸ਼ ਕਰਦੇ ਹਨ। ਪਾਣੀ ਪ੍ਰਾਣ ਪਵਨ ਬੰਦ ਰਾਖੇ। ਸੋ ਕਹਿਣ ਲੱਗੇ ਗੁਰਮੁਖੋ ਦੂਜਾ ਅਰਥ ਇਸ ਤਰ੍ਹਾਂ ਬਖਸ਼ਿਸ਼ ਕਰਦੇ। ਕਹਿਣ ਲੱਗੇ ਉਸ ਪਰਮੇਸ਼ਰ ਨੇ ਪਾਣੀ ਪਵਨ ਆ ਤੱਤਾਂ ਨਾਲ ਸਰੀਰ ਨੂੰ ਰਚ ਕੇ ਰੱਖਿਆ ਹੈ। ਜਿਵੇਂ ਪਹਿਲਾ ਅਰਥ ਆਪਾਂ ਇਹ ਸਰਵਣ ਕੀਤਾ ਸੀ ਨਾ, ਵੀ ਪੰਜਾਂ ਤੱਤਾਂ ਦੇ ਨਾਲ ਸੰਸਾਰ ਬੰਨ੍ਹ ਕੇ ਰੱਖਿਆ ਹੈ। ਦੂਜਾ ਅਰਥ ਕਰਦੇ ਕਹਿਣ ਲੱਗੇ ਪੰਜਾਂ ਤੱਤਾਂ ਦੇ ਨਾਲ ਪਰਮਾਤਮਾ ਨੇ ਸਰੀਰ ਬੰਨ੍ਹ ਕੇ ਰੱਖਿਆ ਹੋਇਆ। ਇਹ ਸਰੀਰ ਸਾਡਾ ਪੰਜਾਂ ਤੱਤਾਂ ਤੋਂ ਬਣਿਆ। ਇੱਕ ਵੀ ਤੱਤ ਵੱਖਰਾ ਹੋ ਜਾਵੇਗਾ ਸਰੀਰ ਰਹੇਗਾ ਨਹੀਂ। ਇਹ ਪੰਜਾਂ ਤੱਤਾਂ ਦਾ ਉਸਨੇ ਸਰੀਰ ਬਣਾ ਕੇ ਬੰਨ੍ਹ ਕੇ ਰਚ ਕੇ ਰੱਖਿਆ ਹੋਇਆ ਹੈ। ਚੰਦ ਸੂਰਜ ਮੁਖ ਦੀਏ ਅਤੇ ਉਸ ਪ੍ਰਮਾਤਮਾ ਨੇ ਚੰਦਰਮਾ ਤੇ ਸੂਰਜ ਦੋ ਦੀਵੇ ਦਿੱਤੇ। ਦੋ ਦੀਵੇ ਕਿਹੜੇ ਨੇ ਗੁਰਮੁਖੋ? ਇਹ ਜੋ ਸਾਡਾ ਸੱਜਾ ਨੇਤਰ ਤੇ ਖੱਬਾ ਨੇਤਰ ਹੈ ਨਾ, ਦੋ ਅੱਖਾਂ ਸਾਡੀਆਂ, ਇਹ ਪ੍ਰਮਾਤਮਾ ਨੇ ਚੰਦਰਮਾ ਤੇ ਸੂਰਜ ਸਾਨੂੰ ਦਿੱਤੇ ਹੋਏ ਨੇ। ਇਹ ਸਾਨੂੰ ਦੋ ਅੱਖਾਂ ਉਸਨੇ ਬਖਸ਼ਿਸ਼ ਕੀਤੀਆਂ ਹਨ। ਮਰਨ ਜੀਵਨ ਕੋ ਧਰਤੀ ਦੀਨੀ। ਫਿਰ ਉਸ ਪ੍ਰਮਾਤਮਾ ਨੇ ਮਰਨ ਜਿਉਣ ਵਾਸਤੇ ਇਹ ਸਰੀਰ ਰੂਪੀ ਧਰਤੀ ਦਿੱਤੀ ਹੈ। ਜੇ ਸਰੀਰ ਹੈ ਤੇ ਤਾਂ ਹੀ ਜਿਉਂਦੇ ਹਨ, ਤਾਂ ਹੀ ਖਾਂਦੇ ਪੀਂਦੇ ਹਾਂ। ਇਹ ਜਿਹੜਾ ਜਿਉਣਾ ਹੈ, ਇਹ ਜਿਉਣ ਰੂਪੀ ਧਰਤੀ ਪ੍ਰਮਾਤਮਾ ਨੇ ਦਿੱਤੀ ਹੈ। ਤੇ ਮਰਦੇ ਕਦੋਂ ਆ? ਜਦੋਂ ਇਹ ਸਰੀਰ ਖਤਮ ਹੁੰਦਾ ਹੈ। ਇਸ ਕਰਕੇ ਇਹ ਜੰਮਣ ਮਰਨ ਰੂਪੀ ਜਿਹੜੀ ਧਰਤੀ ਸਰੀਰ ਹੈ, ਇਹ ਪ੍ਰਮਾਤਮਾ ਨੇ ਦਿੱਤਾ ਹੈ। ਇਤੇ ਗੁਣ ਵਿਸਰੇ। ਪਰ ਬੰਦਿਆ ਤੈਨੂੰ ਇਹ ਸਾਰੇ ਗੁਣ ਭੁੱਲ ਗਏ। ਤੈਨੂੰ ਪਰਮਾਤਮਾ ਦਾ ਇੱਕ ਵੀ ਗੁਣ ਚੰਗਾ ਨਹੀਂ ਲੱਗਾ ਕਿ ਉਸ ਪਰਮਾਤਮਾ ਨੇ ਮੈਨੂੰ ਸਰੀਰ ਰਚ ਕੇ ਦਿੱਤਾ ਹੈ, ਮੈਨੂੰ ਦੋ ਅੱਖਾਂ ਦਿੱਤੀਆਂ ਵੇਖਣ ਵਾਸਤੇ, ਮੈਨੂੰ ਇਹ ਸਰੀਰ ਦਿੱਤਾ ਹੈ। ਵੇਖ ਇੰਨੇ ਤੇਰੇ ਤੇ ਪਰਉਪਕਾਰ ਕੀਤੇ, ਪਰ ਤੂੰ ਸਾਰੇ ਪਰਉਪਕਾਰ ਉਸਦੇ ਭੁੱਲ ਗਿਆ ਹੈ, ਕਦੇ ਉਸ ਦਾ ਸ਼ੁਕਰ ਨਹੀਂ ਕੀਤਾ ਹੈ। ਅਸੀਂ ਇਹ ਸੁਭਾਵਕ ਹੀ ਬਚਨ ਕਰ ਦਿੰਦੇ, ਸਾਨੂੰ ਦਿੱਤਾ ਕੀ ਹੈ ਰੱਬ ਨੇ? ਇਹ ਦਿੱਤਾ ਹੈ ਜਿਹੜੇ ਗੁਣ ਆਪਾਂ ਸਰਵਣ ਕੀਤੇ। ਇਹਨਾਂ ਪੰਕਤੀਆਂ ਨੂੰ ਫਿਰ ਬਖਸ਼ਿਸ਼ ਕਰਦੇ ਹਨ। ਪਾਣੀ ਪ੍ਰਾਣ ਪਵਨ ਬੰਦ ਰਾਖੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਸਤ ਸੰਗਤ ਵਿੱਚ ਪਰਮਾਤਮਾ ਨੇ ਨਾਮ ਰੂਪੀ ਪਾਣੀ ਅਤੇ ਪ੍ਰਾਣ ਤੋਂ ਭਾਵ ਹੈ ਜਿਹੜਾ ਸਵਾਸ ਸਵਾਸ ਭਜਨ ਕਰਨਾ ਹੈ, ਇਹ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ। ਇਹ ਸਤ ਸੰਗਤ ਵਿੱਚ ਬੈਠ ਕੇ ਨਾਮ ਰੂਪੀ ਜਲ ਸਾਨੂੰ ਬਖਸ਼ਿਆ ਹੈ। ਜਿਹੜਾ ਅਸੀਂ ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹਦੇ, ਇਹ ਅਸੀਂ ਅੰਮ੍ਰਿਤ ਛਕਦੇ ਪਏ। ਸੰਗਤ ਵਿੱਚ ਬੈਠ ਕੇ ਜੋ ਅਸੀਂ ਕਥਾ ਕੀਰਤਨ ਸੁਣਦੇ ਹਾਂ, ਇਹ ਕੰਨਾਂ ਦੇ ਵਿੱਚ ਅੰਮ੍ਰਿਤ ਬਚਨ ਪੈਂਦੇ ਪਏ ਸਾਡੀ ਮੁਕਤੀ ਦਾਤ ਪ੍ਰਾਪਤ ਹੋਣ ਵਾਸਤੇ। ਮਹਾਰਾਜ ਕਹਿਣ ਲੱਗੇ ਭਾਈ ਪਾਣੀ ਪਵਨ ਪਵਨ ਬੰਦ ਰਾਖੇ। ਇਹ ਸਤ ਸੰਗਤ ਦੇ ਵਿੱਚ ਬਿਠਾ ਕੇ
ਉਸ ਅਕਾਲ ਪੁਰਖ ਨੇ ਕਿਰਪਾ ਇਹ ਕੀਤੀ ਹੈ, ਸਾਨੂੰ ਨਾਮ ਰੂਪੀ ਪਾਣੀ ਦਿੱਤਾ ਹੈ, ਨਾਮ ਰੂਪੀ ਜਲ ਛਕਦੇ ਪਏ ਹਾਂ। ਅਤੇ ਇਸੇ ਤਰ੍ਹਾਂ ਪ੍ਰਾਣ ਤੋਂ ਭਾਵ ਹੈ ਗੁਰਮੁਖੋ ਅਸੀਂ ਸਵਾਸ ਸਵਾਸ ਉਸ ਦਾ ਭਜਨ ਕਰਦੇ ਪਏ। ਅਤੇ ਪਵਨ ਤੋਂ ਭਾਵ ਹੈ ਗੁਰਮੁਖੋ ਸੰਗਤ ਵਿੱਚ ਆ ਕੇ ਪੱਖਾ ਫੇਰਨ ਦੀ ਸੇਵਾ ਕਰਦੇ। ਇਹ ਸੇਵਾਵਾਂ ਹੁੰਦੀਆਂ ਨੇ। ਅੱਜ ਤੇ ਚਲੋ ਯੁੱਗ ਬਦਲਿਆ, ਇਹ ਪੱਖੇ ਮਸ਼ੀਨਾਂ ਵਗੈਰਾ ਆਪਣੇ ਆਪ ਹੀ ਚੱਲਦੇ ਪਏ ਬਿਜਲੀ 'ਤੇ। ਗੁਰੂ ਸਾਹਿਬਾਂ ਦੇ ਸਮੇਂ ਸੰਗਤਾਂ ਹੱਥ ਨਾਲ ਹੀ ਫੜ ਕੇ ਪੱਖਾ ਸੰਗਤਾਂ ਨੂੰ ਕਰਿਆ ਕਰਦੀਆਂ। ਸਤਿਗੁਰੂ ਕਹਿਣ ਲੱਗੇ ਇਹ ਸਤ ਸੰਗਤ ਵਿੱਚ ਨਾਮ ਰੂਪੀ ਜਲ ਉਸਨੇ ਬਖਸ਼ਿਆ ਹੈ। ਅਤੇ ਇਸੇ ਤਰ੍ਹਾਂ ਸਵਾਸ ਸਵਾਸ ਭਜਨ ਕਰਨਾ ਇਹ ਵੀ ਸੰਗਤ ਵਿੱਚੋਂ ਦਾਤ ਮਿਲੀ ਹੈ। ਪਵਨ ਕਹੀਏ ਪੱਖਾ ਕਰਨਾ, ਸੰਗਤ ਵਿੱਚ ਪੱਖਾ ਝੱਲਣਾ, ਇਹ ਵੀ ਦਾਤ ਸਾਨੂੰ ਸਤਿਗੁਰਾਂ ਨੇ ਦਿੱਤੀ ਹੈ। ਚੰਦ ਸੂਰਜ ਮੁਖ ਦੀਏ ਵਾਸ਼ਨਾ ਦਾ ਤਿਆਗ ਕਰਨਾ ਇਹ ਵੀ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਇਹ ਸਾਰੇ ਗੁਣ ਉਸਨੇ ਬੰਨ੍ਹ ਕੇ ਸਾਨੂੰ ਦਿੱਤੇ ਹੋਏ, ਬੰਦ ਰਾਖੇ। ਇਹ ਸਾਰਾ ਕੁਝ ਬੰਨ੍ਹ ਕੇ ਇਹ ਚੰਗੇ ਗੁਣ ਸਤਿਗੁਰਾਂ ਨੇ ਸਾਨੂੰ ਦਿੱਤੇ ਹਨ। ਚੰਦ ਸੂਰਜ ਮੁਖ ਦੀਏ ਅਤੇ ਸਾਨੂੰ ਚੰਦ ਤੇ ਸੂਰਜ, ਵੈਰਾਗ ਤੇ ਗਿਆਨ ਰੂਪੀ ਦੋ ਦੀਵੇ ਦਿੱਤੇ ਨੇ। ਇੱਕ ਹੈ ਵੈਰਾਗ ਕਿ ਦੁਨੀਆ ਵਿੱਚੋਂ ਜਾਣਾ ਕੁਝ ਨਹੀਂ ਹੈ। ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ, ਮਹਾਰਾਜ ਜੀ ਦਾ ਬਚਨ ਇਹ ਵੈਰਾਗ ਹੈ ਕਿ ਕੋਈ ਨਾ ਰਹਿ ਹੈ ਰਾਜਾ ਰਾਣਾ। ਸੋ ਰਾਜੇ ਵੀ ਨੰਗੇ ਪੈਰੀ ਦੁਨੀਆ ਤੋਂ ਸਿਕੰਦਰ ਵਰਗੇ ਤੁਰ ਗਏ। ਇਹ ਵੈਰਾਗ ਸਤਿਗੁਰਾਂ ਨੇ ਜਿਹੜਾ ਦਿੱਤਾ ਇਹ ਵੀ ਇੱਕ ਸਾਡਾ ਦੀਵਾ ਹੈ। ਦੂਜਾ ਦੀਵਾ ਮਹਾਰਾਜ ਨੇ ਸਾਨੂੰ ਦਿੱਤਾ ਗਿਆਨ ਦਾ। ਉਹ ਗਿਆਨ ਰੂਪੀ ਦੀਵਾ ਹੈ। ਚੰਗੇ ਮਾੜੇ ਦੀ ਸਾਨੂੰ ਸਮਝ ਹੈ, ਪਾਪ ਪੁੰਨ ਦਾ ਸਾਨੂੰ ਪਤਾ ਹੈ। ਅਸੀਂ ਉਸ ਮੁਤਾਬਕ ਆਪਣੇ ਜੀਵਨ ਨੂੰ ਬਤੀਤ ਕਰਦੇ ਹਾਂ। ਸਤਿਗੁਰੂ ਕਹਿਣ ਲੱਗੇ ਬਚਨ ਇਹ ਹੈ, ਚੰਦ ਸੂਰਜ ਦੋਏ ਦੀਵੇ, ਗਿਆਨ ਤੇ ਵੈਰਾਗ, ਇਹ ਦੋ ਦੀਵੇ ਪ੍ਰਮਾਤਮਾ ਨੇ ਸਾਨੂੰ ਬਖਸ਼ੇ ਹਨ। ਮਰਨ ਜੀਵਨ ਕੋ ਧਰਤੀ ਦੀਨੀ, ਜੀਵਤ ਭਾਵ ਤੋਂ ਜਿਹੜਾ ਮਰ ਜਾਣਾ ਹੈ ਇਹ ਸਤ ਸੰਗਤ ਰੂਪੀ ਧਰਤੀ ਦਿੱਤੀ ਹੈ। ਇਹ ਤੀਜਾ ਅਰਥ ਕੀਤਾ ਇਸ ਪੰਕਤੀ ਦਾ ਕਿ ਜਿਹੜਾ ਜੀਵਤ ਭਾਵ ਤੋਂ ਮਰਨਾ, ਕਿਸੇ ਤਰ੍ਹਾਂ ਦੀ ਇੱਛਾ ਰਹਿ ਹੀ ਕੋਈ ਨਾ ਜਾਣੀ, ਇਹਨੂੰ ਕਹਿੰਦੇ ਜੀਵਤ ਭਾਵ ਤੋਂ ਮਰਨਾ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬਚਨ ਕੀਤੇ ਸਨ ਕਿ ਗੁਰੂ ਕਾ ਸਿੱਖ ਮੁਰਦੇ ਦੇ ਤੋਲ ਹੋ ਜਾਵੇ। ਭਾਵ ਇਹ ਹੈ ਮੁਰਦੇ ਨੂੰ ਨਾ ਠੰਡ ਹੈ, ਨਾ ਗਰਮੀ ਹੈ, ਨਾ ਭੁੱਖ ਹੈ, ਨਾ ਪਿਆਸ ਹੈ, ਨਾ ਮਾਣ ਹੈ, ਨਾ ਅਭਿਮਾਨ ਹੈ, ਅਤੇ ਉਹਨੂੰ ਕੁਛ ਵੀ ਨਹੀਂ ਹੁੰਦਾ ਹੈ। ਮਹਾਰਾਜ ਕਹਿਣ ਲੱਗੇ ਜੇ ਮਿਰਤੋ ਕੋ ਵਿਸ਼ਟਾ ਮਾਹਿਰ ਲਾਈ ਤੇ ਮਿਰਤਾ ਕਾ ਕਿਆ ਘਟ ਜਾਏ। ਜੇ ਮਿਰਤਕ ਕੋ ਚੰਦਨ ਚੜਾਵੇ ਉਸ ਤੋਂ ਕਹੋ ਕਵਨ ਗਤ ਪਾਵੇ। ਬਚਨ ਮਹਾਰਾਜ ਜੀਆਂ ਦੇ। ਮੁਰਦਾ ਸਰੀਰ ਨੂੰ ਕੋਈ ਚੰਦਨ ਲਾਈ ਜਾਵੇ, ਫੁੱਲ ਪਾਈ ਜਾਵੇ, ਉਹਨੂੰ ਕੋਈ ਫਰਕ ਨਹੀਂ ਹੈ। ਮੁਰਦਾ ਸਰੀਰ ਨੂੰ ਕੋਈ ਮਿੱਟੀ ਵਿੱਚ ਦੱਬ ਦੇਵੇ ਤੇ ਉਹਨੂੰ ਕੋਈ ਫਰਕ ਨਹੀਂ ਹੈ। ਇਸ ਤਰ੍ਹਾਂ ਦੀ ਅਵਸਥਾ ਬਣਾ ਲਵੇ ਦੁਨੀਆ ਵਿੱਚ ਵਡਿਆਈ ਮਿਲੇ ਅਤੇ ਵਡਿਆਈ ਵਿੱਚ ਆ ਕੇ ਮਾਣ ਵਿੱਚ ਹੰਕਾਰੀ ਨਾ ਹੋ ਜਾਵੇ। ਦੁਨੀਆ ਵਿੱਚ ਜੇ ਕਿਤੇ ਤਿਰਸਕਾਰ ਮਿਲੇ ਤੇ ਦੁੱਖ ਹੋ ਕੇ ਰੱਬ ਨੂੰ ਗਾਲਾਂ ਨਾ ਕੱਢਣ ਲੱਗ ਪਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਹੈ ਜੀਵਤ ਭਾਵ ਤੋਂ ਮਰ ਜਾਣਾ, ਕਿਸੇ ਤਰ੍ਹਾਂ ਦੀ ਇੱਛਾ ਖਵਾਇਸ਼ ਰਹਿ ਹੀ ਨਾ ਜਾਣੀ। ਇਹ ਜਿਹੜੀ ਦਾਤ ਹੈ ਇਹ ਸਤ ਸੰਗਤ ਦੇ ਵਿੱਚੋਂ ਮਿਲੀ ਹੈ। ਸੰਗਤ ਵਿੱਚੋਂ ਆ ਕੇ ਬਚਨ ਪਤਾ ਲੱਗਦੇ ਕਿ ਜੀਵਤ ਭਾਵ ਤੋਂ ਕਿਵੇਂ ਮਰ ਜਾਣਾ ਹੈ। ਤੇ ਗੁਣ ਵਿਸਰੇ, ਇੰਨੇ ਗੁਣ ਤੈਨੂੰ ਪਰਮਾਤਮਾ ਨੇ ਬਖਸ਼ਿਸ਼ ਕੀਤੇ ਪਰ ਤੂੰ ਸਾਰੇ ਹੀ ਭੁੱਲ ਗਿਆ। ਸਤ ਸੰਗਤ ਵਿੱਚੋਂ ਜਾਣਾ ਭੁੱਲ ਗਿਆ, ਨਾਮ ਰੂਪੀ ਜਲ ਨੂੰ ਛਕਣਾ ਤੈਨੂੰ ਭੁੱਲ ਗਿਆ ਹੈ, ਸਵਾਸ ਸਵਾਸ ਨਾਮ ਜਪਣਾ ਉਹ ਵੀ ਤੈਨੂੰ ਭੁੱਲ ਗਿਆ ਹੈ। ਇਸੇ ਤਰ੍ਹਾਂ ਵਾਸ਼ਨਾ ਦਾ ਤਿਆਗ ਕਰਨਾ ਗੁਰੂ ਕਿਆ ਸਿੱਖਾ ਉਹ ਵੀ ਤੈਨੂੰ ਭੁੱਲ ਗਿਆ ਹੈ। ਤੈਨੂੰ ਗਿਆਨ ਤੇ ਵੈਰਾਗ ਸਤਿਗੁਰਾਂ ਨੇ ਦਿੱਤਾ ਉਹ ਵੀ ਤੈਨੂੰ ਭੁੱਲ ਗਿਆ ਹੈ। ਜੀਵਤ ਭਾਵ ਤੋਂ ਮਰ ਜਾਣਾ ਇਹ ਵੀ ਤੈਨੂੰ ਭੁੱਲ ਗਿਆ ਹੈ। ਇੰਨੇ ਗੁਣ ਤੈਨੂੰ ਪਰਮਾਤਮਾ ਨੇ ਸੰਗਤ ਵਿੱਚ ਬਖਸ਼ਿਸ਼ ਕੀਤੇ ਪਰ ਸਾਰੇ ਦੇ ਸਾਰੇ ਤੂੰ ਭੁਲਾ ਦਿੱਤੇ ਹਨ। ਸਿੱਧ ਸਾਧਕ ਅਰ ਜੋਗੀ ਜੰਗਮ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਯੋਗ ਸਾਧਨਾ ਵਿੱਚ ਪੁੱਗੇ ਹੋਏ ਸਿੱਧ ਨੇ, ਸਿੱਧ ਉਹ ਹੈ ਜਿਹਨੇ ਸਿੱਧੀ ਪ੍ਰਾਪਤ ਕਰ ਲਈ ਹੈ, ਅਤੇ ਸਾਧਕ ਉਹ ਹੈ ਜਿਹੜਾ ਅਜੇ ਸਾਧਨਾ ਕਰਦਾ ਪਿਆ ਜੇ ਮੰਜ਼ਿਲ 'ਤੇ ਨਹੀਂ ਪਹੁੰਚਿਆ ਹੈ। ਪਾਤਸ਼ਾਹ ਕਹਿਣ ਲੱਗੇ ਵੱਡੇ ਵੱਡੇ ਸਿੱਧ ਜਿਨ੍ਹਾਂ ਨੇ ਸ਼ਕਤੀਆਂ ਪ੍ਰਾਪਤ ਕਰ ਲਈਆਂ, ਸਾਧਕ ਉਹ ਨੇ ਜਿਹੜੇ ਅਜੇ ਜਗਿਆਸੂ ਨੇ, ਸਾਧਨਾ ਕਰਦੇ ਪਏ। ਜੋਗੀ ਜਿਹੜੇ ਕੰਨ ਪਾਟੇ ਬਲੌਰ ਦੀਆਂ ਮੁੰਦਰਾਂ ਪਾਉਣ ਵਾਲੇ, ਜੰਗਮ ਉਹ ਨੇ ਜਿਹੜੇ ਸ਼ਿਵਜੀ ਮਹਾਰਾਜ ਅਤੇ ਪਾਰਬਤੀ ਦਾ ਵਿਆਹ ਗਾਉਂਦੇ ਨੇ। ਆਪਾਂ ਆਮ ਹੀ ਵੇਖਦੇ ਹਾਂ ਦੁਕਾਨਾਂ ਦੇ ਉੱਪਰ ਮੋਰ ਦੇ ਖੰਭ ਆਪਣੇ ਸਿਰ 'ਤੇ ਲਾ ਕੇ ਹੱਥ ਵਿੱਚ ਟੱਲੀਆਂ ਫੜ ਕੇ ਇਹ ਕਵਿਤਾ ਸੁਣਾਉਂਦੇ, ਇੱਕ ਗੀਤ ਗਾਉਂਦੇ। ਆਪਾਂ ਨੂੰ ਬਹੁਤੀ ਉਹਦੀ ਸਮਝ ਨਹੀਂ ਲੱਗਦੀ ਆ ਵੀ ਉਹ ਕੀ ਕਹਿੰਦੇ ਨੇ, ਪਰ ਅਸਲ ਵਿੱਚ ਜਦੋਂ ਸ਼ਿਵਜੀ ਦਾ ਵਿਆਹ ਪਾਰਬਤੀ ਨਾਲ ਹੋਇਆ ਸੀ ਉਸ ਵੇਲੇ
ਇਹਨਾਂ ਨੇ ਉਹਨਾਂ ਦੀ ਲੱਤ ਫੜ ਕੇ ਤੇ ਉਹ ਉਸ ਵੇਲੇ ਕਵਿਤਾ ਗਾਈ, ਵਿਆਹ ਨੂੰ ਗਾ ਕੇ ਸੁਣਾਇਆ। ਤੇ ਸ਼ਿਵਜੀ ਜੀਆਂ ਨੇ ਵਰ ਦਿੱਤਾ ਸੀ ਵੀ ਇਹ ਸਾਡਾ ਪੰਥ ਹੋਵੇਗਾ ਜਿਸ ਨੂੰ ਜੰਗਮ ਕਿਹਾ ਜਾਵੇਗਾ। ਇਹ ਇਸੇ ਤਰ੍ਹਾਂ ਟੱਲੀਆਂ ਵਜਾ ਕੇ ਕਵਿਤਾ ਗਾਇਆ ਕਰਨਗੇ। ਉਹਨਾਂ ਨੂੰ ਜੰਗਮ ਆਖਿਆ ਜਾਂਦਾ। ਅੱਜ ਵੀ ਤੁਸੀਂ ਬਾਜ਼ਾਰਾਂ ਵਿੱਚ ਉਹਨਾਂ ਨੂੰ ਮੋਰ ਦਾ ਖੰਭ ਲਾ ਕੇ ਟੱਲੀਆਂ ਵਜਾਉਂਦੇ ਵੇਖਿਆ ਹੈ। ਇਹਨਾਂ ਨੂੰ ਜੰਗਮ ਆਖਦੇ ਨੇ। ਸ਼ਿਵਜੀ ਪਾਰਵਤੀ ਦਾ ਪਿਆ ਵਿਆਹ ਗਾਉਣ ਵਾਲੇ, ਕਵਿਤਾ ਗਾਉਣ ਵਾਲੇ। ਕਹਿਣ ਲੱਗੇ ਭਾਈ ਇਸ ਤਰ੍ਹਾਂ ਦੇ ਬੜੇ ਜੰਗਮ ਸਾਧੂ ਵਗੈਰਾ ਹੋਏ ਹਨ। ਪੀਰ ਪੁਰਸ਼ ਬਹੁਤ ਤੇਰੇ, ਬੜੇ ਬੜੇ ਪੀਰ ਅਤੇ ਪੁਰਸ਼ ਬਹੁਤ ਤੇਰੇ, ਬਹੁਤੇ ਹੋਏ ਮਹਾਂਪੁਰਸ਼ ਪੀਰ ਵਗੈਰਾ ਜੋ ਵੀ ਹਨ। ਜੇ ਤੈਨ ਮਿਲਾ ਤਾਂ ਕੀਰਤ ਆਖਾਂ। ਇਹਨਾਂ ਸਭਨਾਂ ਵਿੱਚੋਂ ਜੇਕਰ ਕੋਈ ਵੀ ਮਹਾਂਪੁਰਖ ਮਿਲ ਜਾਵੇ ਤੇ ਮਿਲ ਕੇ ਫਿਰ ਪਰਮਾਤਮਾ ਦੀ, ਵਾਹਿਗੁਰੂ ਦੀ ਕੀਰਤੀ ਨੂੰ ਆਖਣਾ ਕਰਾਂ, ਸਿਫਤ ਕਹਿਣਾ ਕਰਾਂ ਤਾਂ ਮਨ ਸੇਵ ਕਰੇ। ਅਤੇ ਇਸੇ ਤਰ੍ਹਾਂ ਮਨ ਕਰਕੇ ਉਹਨਾਂ ਦੀ ਸੇਵਾ ਕਰਾਂ। ਕਿਹਨਾਂ ਦੀ ਸੇਵਾ ਕਰਾਂ? ਜਿਨ੍ਹਾਂ ਦੇ ਗੁਣ ਸਤਿਗੁਰੂ ਹੁਣ ਦੱਸਦੇ। ਪੁੱਛਿਆ ਮਹਾਰਾਜ ਤੁਸੀਂ ਕਿਹਦੀ ਸੇਵਾ ਕਰਨੀ ਚਾਹੁੰਦੇ ਹੋ? ਤੇ ਮਹਾਰਾਜ ਫਰਮਾਉਂਦੇ ਹਨ, ਕਾਗਦ ਲੂਣ ਰਹਿ ਕ੍ਰਿਤ ਸੰਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਕਾਗਜ਼ ਹੈ ਇਹ ਪਾਣੀ ਵਿੱਚ ਪਾਇਆ ਗਲ ਜਾਂਦਾ ਹੈ, ਤੇ ਲੂਣ ਨੂੰ ਪਾ ਦਈਏ ਪਾਣੀ ਵਿੱਚ ਤੇ ਲੂਣ ਵੀ ਗਲ ਜਾਂਦਾ ਹੈ ਪਾਣੀ ਦੇ ਵਿੱਚ। ਪਰ ਗੁਰਮੁਖੋ ਜੇ ਕਾਗਜ਼ ਨੂੰ ਘਿਓ ਵਿੱਚ ਪਾ ਦਈਏ ਤੇ ਫਿਰ ਕਾਗਜ਼ ਗਲਦਾ ਨਹੀਂ ਹੈ। ਇਸੇ ਤਰ੍ਹਾਂ ਲੂਣ ਦੀ ਢੇਲੀ ਚੁੱਕ ਕੇ ਜੇ ਘਿਓ ਵਿੱਚ ਰੱਖ ਦਈਏ ਤੇ ਉਹ ਢੇਲੀ ਵੀ ਜਿਹੜੀ ਗਲਦੀ ਨਹੀਂ ਹੈ। ਘਿਓ ਦੀ ਐਸੀ ਸੰਗਤ ਹੈ ਕਿ ਕਾਗਜ਼ ਵੀ ਗਲਣ ਤੋਂ ਬਚ ਜਾਂਦਾ ਹੈ ਔਰ ਘਿਓ ਵੀ, ਵਾਹਿਗੁਰੂ ਜੀ ਲੂਣ ਵੀ ਜਿਹੜਾ ਹੈ ਵਿੱਚ ਖੁਰਨ ਤੋਂ ਰੁਕ ਜਾਂਦਾ ਹੈ। ਪਾਤਸ਼ਾਹ ਕਹਿਣ ਲੱਗੇ ਕਾਗਜ਼ ਲੂਣ ਰਹਿ ਕ੍ਰਿਤ ਸੰਗੇ। ਜਿਵੇਂ ਕਾਗਜ਼ ਤੇ ਲੂਣ ਘਿਓ ਦੇ ਸੰਗ ਰਹਿਣ ਦੇ ਨਾਲ, ਅਰਥਾਤ ਇਹ ਹੈ ਵੀ ਉਹਦੇ ਵਿੱਚ ਰਹਿਣ ਦੇ ਨਾਲ ਰੱਖ ਦਈਏ ਤੇ ਉਹ ਗਲਦਾ ਨਹੀਂ ਹੈ, ਫਿਰ ਬਖਸ਼ਿਸ਼ ਕਰਦੇ ਹਨ। ਕਾਗਜ਼ ਲੂਣ ਰਹਿ ਕ੍ਰਿਤ ਸੰਗੇ। ਜਾਂ ਆਪਾਂ ਇਸ ਤਰ੍ਹਾਂ ਕਹਿ ਦਈਏ ਵੀ ਕਾਗਜ਼ ਨੂੰ ਘਿਓ ਲਾ ਕੇ ਚੋਪੜ ਕੇ ਅਤੇ ਲੂਣ ਨੂੰ ਘਿਓ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਭਾਵੇਂ ਪਾਣੀ ਵਿੱਚ ਰੱਖ ਦਈਏ ਤੇ ਉਹ ਪਾਣੀ ਵਿੱਚ ਰੱਖਿਆ ਵੀ ਫਿਰ ਗਲਦੇ ਨਹੀਂ। ਜਿਹੜੇ ਕਾਗਜ਼ ਨੂੰ ਘਿਓ ਲੱਗ ਗਿਆ ਉਹਨੂੰ ਪਾਣੀ ਵਿੱਚ ਜਾ ਕੇ ਗਲਦਾ ਨਹੀਂ ਹੈ। ਜੇ ਲੂਣ ਦੇ ਉੱਪਰ ਘਿਓ ਪਾ ਦਈਏ ਤੇ ਫਿਰ ਉਸ ਲੂਣ ਨੂੰ ਪਾਣੀ ਵਿੱਚ ਰੱਖੀਏ ਤੇ ਉਹ ਵੀ ਨਹੀਂ ਗਲਦਾ ਹੈ। ਇਸ ਤਰ੍ਹਾਂ ਦੀ ਘਿਓ ਦੀ ਸੰਗਤ ਹੈ। ਪਾਣੀ ਕਮਲ ਰਹੇ। ਅਤੇ ਇਸੇ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਕਮਲ ਦਾ ਫੁੱਲ ਪਾਣੀ ਵਿੱਚ ਡੁੱਬਦਾ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਜਿਹੜੇ ਇਸ ਤਰ੍ਹਾਂ ਦੇ ਮਹਾਂਪੁਰਖ ਨੇ, ਅਸੀਂ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਸੰਸਾਰ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ, ਜਿਹੜੇ ਮਹਾਂਪੁਰਖ ਕਮਲ ਦੇ ਵਾਂਗ ਨਿਰਲੇਪ ਰਹਿੰਦੇ, ਸੰਸਾਰ ਦੇ ਮੋਹ ਵਿੱਚ ਨਹੀਂ ਪੈਂਦੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਮਹਾਂਪੁਰਖ ਪਰਿਵਾਰ ਰੂਪੀ ਪਾਣੀ ਵਿੱਚ ਰਹਿੰਦਿਆਂ ਹੋਇਆਂ ਕਮਲ ਦੇ ਫੁੱਲ ਦੇ ਵਾਂਗ ਨਿਰਲੇਪ ਰਹਿੰਦੇ ਨੇ। ਕਮਲ ਦਾ ਫੁੱਲ ਪਾਣੀ ਵਿੱਚ ਨਹੀਂ ਡੁੱਬਦਾ ਹੈ, ਪਾਣੀ ਤੋਂ ਅਸੰਗ ਰਹਿੰਦਾ ਹੈ। ਜਿਹੜੇ ਮਹਾਤਮਾ ਸੰਸਾਰ ਵਿੱਚ ਰਹਿੰਦਿਆਂ, ਦੁਨੀਆ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਉਹਨਾਂ ਦੇ ਦੁੱਖਾਂ ਸੁੱਖਾਂ ਤੋਂ ਉਪਰਾਮ ਰਹਿੰਦੇ ਨੇ, ਨਹੀਂ ਪੈਂਦੇ ਮੋਹ ਮਮਤਾ ਦੇ ਵਿੱਚ। ਐਸੇ ਜਿਹੜੇ ਮਹਾਤਮਾ ਹਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਉਹਨਾਂ ਦੇ ਨਾਲ ਮਿਲ ਕੇ ਪਰਮਾਤਮਾ ਤੇਰੀ ਕੀਰਤ ਆਖਾਂ। ਜੇ ਤੈਨੂੰ ਮਿਲਾਂ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਪਿਛਲੀ ਪੰਕਤੀ ਪੜ੍ਹੀ ਹੈ ਨਾ। ਐਸੇ ਮਹਾਂਪੁਰਖ ਮਿਲ ਜਾਣ, ਉਹਨਾਂ ਦੀ ਸੰਗਤ ਕਰਕੇ ਨਾਮ ਜਪਿਆ ਜਾਵੇ, ਉਹਨਾਂ ਦੇ ਨਾਲ ਮਿਲ ਕੇ ਮੈਂ ਕੀਰਤ ਕਹਿਣਾ ਕਰਾਂ। ਜਿਨ੍ਹਾਂ ਦੀ ਸੰਗਤ ਘਿਓ ਵਰਗੀ ਹੈ, ਜਿਵੇਂ ਘਿਓ ਦੀ ਸੰਗਤ ਕਰਨ ਦੇ ਨਾਲ ਕਾਗਜ਼ ਨਹੀਂ ਗਲਿਆ, ਘਿਓ ਦੀ ਸੰਗਤ ਕਰਨ ਦੇ ਨਾਲ ਲੂਣ ਨਹੀਂ ਖੁਰਿਆ ਹੈ। ਕਹਿਣ ਲੱਗੇ ਮਹਾਂਪੁਰਖਾਂ ਦੀ ਸੰਗਤ ਭਾਈ ਇਸ ਤਰ੍ਹਾਂ ਦੀ ਹੈ, ਜਿਹੜੇ ਗੁਰਮੁਖ ਹੈ ਸੰਗਤ ਵਿੱਚ ਪੈ ਜਾਂਦੇ, ਉਹਨਾਂ ਦੀ ਕੀਮਤ ਬਣ ਜਾਂਦੀ ਹੈ, ਉਹ ਦੁਨੀਆ ਵਿੱਚ ਮਾਣੇ ਸਨਮਾਣੇ ਜਾਂਦੇ। ਇਹ ਐਸੀ ਸਤਿਗੁਰਾਂ ਦੀ ਬਾਣੀ ਹੈ ਜਿਨ੍ਹਾਂ ਦੀ ਸੋ ਬਾਣੀ ਦੇ ਨਾਲ ਪ੍ਰੀਤੀ ਬਣੀ ਹੈ। ਸਤਿਗੁਰਾਂ ਨੂੰ ਸਵਾਲ ਕੀਤਾ ਨਾ ਸਿੱਖਾਂ ਨੇ, ਮਹਾਰਾਜ ਕਈ ਵਾਰੀ ਬਾਣੀ ਪੜ੍ਹਦੇ ਆ ਤੇ ਸਾਡਾ ਮਨ ਨਹੀਂ ਟਿਕਦਾ ਹੈ ਕਿ ਬਾਣੀ ਪੜ੍ਹਨ ਦਾ ਫਲ ਹੈ। ਇਹ ਬਚਨ ਸੁਣ ਕੇ ਮਹਾਰਾਜ ਤੁਰੇ ਜਾਂਦੇ। ਉੱਚੇ ਟਿੱਬੇ ਦੇ ਉੱਪਰ ਇੱਕ ਘੜਾ ਟੁੱਟਿਆ ਹੋਇਆ ਤੇ ਉਸ ਘੜੇ ਦੀਆਂ ਠਿਕਰੀਆਂ ਲਿਸ਼ਕਦੀਆਂ ਪਈਆਂ। ਮਹਾਰਾਜ ਨੇ ਆਖਿਆ ਜਾਓ ਇੱਕ ਠਿਕਰੀ ਚੁੱਕ ਕੇ ਲੈ ਕੇ ਆਓ। ਲਿਆਂਦੀ ਹੈ, ਲਿਸ਼ਕਦੀ ਪਈ ਹੈ, ਚਮਕਦੀ ਪਈ ਹੈ ਧੁੱਪ ਦੇ ਨਾਲ। ਸਤਿਗੁਰਾਂ ਨੇ ਪੁੱਛਿਆ ਵੀ ਕਾਰਨ ਕੀ ਹੈ? ਕਹਿਣ ਲੱਗੇ ਜੀ ਇਹ ਘਿਓ ਵਾਲਾ ਭਾਂਡਾ ਸੀ, ਮੱਖਣ ਵਾਲਾ, ਇਹ ਚਾਟੀ ਸੀ ਦੁੱਧ ਰਿੜਕਣ ਵਾਲੀ, ਤੇ ਇਹਦੇ ਠੰਡਾ ਲੱਗਣ ਕਰਕੇ ਚਮਕਦੀ ਪਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਵੇਂ ਘਿਓ ਨੇ ਆਪਣੀ ਥੰਧਿਆਈ ਇਸ ਭਾਂਡੇ ਵਿੱਚ ਛੱਡੀ ਹੈ, ਇਹ ਅੱਜ ਵੀ ਭਾਂਡਾ ਚਮਕਦਾ ਪਿਆ, ਦੀਆਂ ਠਿਕਰੀਆਂ ਜਿਹੜੀਆਂ ਨੇ ਚਮਕਦੀਆਂ ਪਈਆਂ। ਇਸੇ ਤਰ੍ਹਾਂ ਗੁਰਮੁਖੋ ਜਿਹੜਾ ਤੁਹਾਡਾ ਸਰੀਰ ਰੂਪੀ ਭਾਂਡਾ ਹੈ, ਇਹਦੇ ਵਿੱਚ ਬਾਣੀ ਜਿਹੜੀ ਆ ਆਪਣੀ ਥੰਧਿਆਈ ਛੱਡਦੀ ਹੀ ਛੱਡਦੀ ਹੈ।
ਭਾਵੇਂ ਸਾਡਾ ਮਨ ਟਿਕਿਆ ਭਾਵੇਂ ਨਹੀਂ ਟਿਕਿਆ, ਬਾਣੀ ਨੇ ਫਲ ਦੇਣਾ ਹੀ ਦੇਣਾ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਨਾਮ ਦੀ ਵਡਿਆਈ, ਗੁਰਬਾਣੀ ਦੀ ਵਡਿਆਈ ਜਿਹੜੀ ਇਤਿਹਾਸ ਵਿੱਚ ਸਾਖੀਆਂ ਵਿੱਚ ਵਰਣਨ ਕੀਤੀ ਹੈ। ਇਸ ਤਰ੍ਹਾਂ ਦੇ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੂੰ ਨਾਮ ਦਾ ਆਸਰਾ, ਸੰਗਤ ਦਾ ਆਸਰਾ ਹੈ, ਇਹ ਆਸਰਾ ਘਿਓ ਵਰਗਾ ਹੈ। ਜਿਵੇਂ ਘਿਓ ਦੀ ਸੰਗਤ ਕਰਕੇ ਕਾਗੇ ਲੂਣ ਨਹੀਂ ਗਲਦਾ ਹੈ, ਗੁਰਮੁਖ ਸਤ ਸੰਗਤ ਕਰਕੇ ਵਿਕਾਰਾਂ ਦੇ ਵਿੱਚ ਖਚਿਤ ਨਹੀਂ ਹੁੰਦੇ ਹਨ। ਐਸੇ ਭਗਤ ਮਿਲੇ ਜਨ ਨਾਨਕ। ਜੇ ਇਸ ਤਰ੍ਹਾਂ ਦੇ ਨਿਰਲੇਪ ਮਹਾਂਪੁਰਖ ਭਗਤ ਜੇ ਮਿਲ ਜਾਣਾ ਕਰਨ ਤੇ ਤਿਨ ਜਮ ਕਿਆ ਕਰੇ। ਤੇ ਗੁਰਮੁਖੋ ਉਹਨਾਂ ਦਾ ਫਿਰ ਜਮ ਕੁਝ ਕਰ ਨਹੀਂ ਸਕਦਾ। ਦੁਨੀਆ ਆਖਦੀ ਹੈ ਵੀ ਜਮ ਬੜਾ ਬਲਵਾਨ ਹੈ, ਬੜਾ ਤਕੜਾ ਹੈ, ਪਰ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਉਹਨਾਂ ਦਾ ਜਮ ਤੇ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਐਸੇ ਮਹਾਂਪੁਰਖ ਮਿਲ ਜਾਂਦੇ ਹਨ। ਰਾਮ ਕਲੀ ਮਹੱਲਾ ਪਹਿਲਾ। ਸੁਣ ਮਛਿੰਦਰਾ ਨਾਨਕ ਬੋਲਾ। ਸੋ ਗੁਰਮੁਖੋ ਗੋਰਖਨਾਥ ਦਾ ਗੁਰੂ ਹੋਇਆ ਮਛੰਦਰਨਾਥ। ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ ਵੀ ਇਹ ਜਿਹੜਾ ਮਛੰਦਰਨਾਥ ਹੈ ਨਾ, ਇਹਨੇ ਇੱਕ ਸਿੱਧੀ ਵੱਸ ਕੀਤੀ ਹੈ, ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਚਲੇ ਜਾਣਾ। ਮਛੰਦਰਨਾਥ ਦੇ ਕੋਲ ਸਿੱਧੀ ਸੀ ਵੀ ਆਪਣਾ ਸਰੀਰ ਛੱਡ ਕੇ ਦੂਜੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਹੋ ਜਾਣਾ। ਇਹ ਸਿੱਧੀ ਹੈ, ਆਪਣੇ ਸਰੀਰ ਨੂੰ ਛੱਡ ਕੇ ਕਿਤੇ ਦੂਰ ਚਲੇ ਜਾਣਾ, ਪਾਸੇ ਚਲੇ ਜਾਣਾ, ਜੋ ਮਰਜ਼ੀ ਕਰਕੇ ਫਿਰ ਸਰੀਰ ਵਿੱਚ ਆ ਜਾਣਾ। ਇਹ ਸਿੱਧੀ ਔਰੰਗਜ਼ੇਬ ਦੇ ਕੋਲ ਵੀ, ਔਰੰਗਜ਼ੇਬ ਵੀ ਆਪਣਾ ਸਰੀਰ ਛੱਡ ਕੇ ਮੱਕੇ ਚਲੇ ਜਾਂਦਾ। ਇਹ ਸਿੱਧੀ ਬਾਬਾ ਰਾਮ ਰਾਏ ਦੇ ਵੀ ਕੋਲ ਹੈ, ਆਪਣਾ ਸਰੀਰ ਛੱਡ ਕੇ ਕਦੇ ਕਿਤੇ ਚਲੇ ਜਾਂਦੇ, ਕਦੇ ਕਿਤੇ ਚਲੇ ਜਾਂਦੇ, ਫਿਰ ਸਰੀਰ ਵਿੱਚ ਆ ਜਾਂਦੇ। ਇਹ ਗੁਰਮੁਖ ਇੱਕ ਸਿੱਧੀ ਹੋਇਆ ਕਰਦੀ, ਇੱਕ ਸਰੀਰ ਨੂੰ ਛੱਡ ਕੇ ਦੂਜੇ ਸਰੀਰ ਵਿੱਚ ਪਹੁੰਚ ਜਾਣਾ। ਸੋ ਇਹ ਮਛੰਦਰਨਾਥ ਨਾਮ ਦਾ ਜਿਹੜਾ ਸਿੱਧ ਹੋਇਆ ਹੈ, ਸੋ ਇਸ ਦੀ ਉਤਪਤੀ ਜਿਹੜੀ ਹੈ ਉਹ ਮੱਛ ਤੋਂ ਮੰਨੀ ਹੈ। ਇਹਦੇ ਪਿੱਛੇ ਬੜਾ ਵੱਡਾ ਇਤਿਹਾਸ ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਪਾਰਵਤੀ ਨੇ ਆਖਿਆ ਸੀ ਸ਼ਿਵ ਜੀ ਨੂੰ ਵੀ ਅਮਰ ਕਥਾ ਸੁਣਾਓ। ਕਹਿਣ ਲੱਗੇ ਸਮੁੰਦਰ ਦੇ ਕਿਨਾਰੇ ਬੈਠ ਕੇ ਸੁਣਾਉਂਦੇ ਪਏ। ਪਾਰਵਤੀ ਤੇ ਸੌਂ ਗਈ, ਇੱਕ ਮੱਛ ਜਿਹੜਾ ਹੈ ਉਹ ਸਾਰੀ ਕਥਾ ਨੂੰ ਸੁਣਦਾ ਰਿਹਾ। ਜਦੋਂ ਪਾਰਵਤੀ ਦੀਆਂ ਕਿਤੇ ਅੱਖਾਂ ਖੁੱਲੀਆਂ, ਵੇਖਿਆ ਵੀ ਇਸ ਮੱਛ ਤੇ ਪਾਣੀ ਵਿੱਚ ਟਿਕਦਾ ਨਹੀਂ, ਚੰਚਲ ਹੁੰਦਾ, ਹਰ ਵੇਲੇ ਭੱਜਦਾ ਹੈ, ਇਹ ਬੜਾ ਟਿਕ ਕੇ ਸੁਣਦਾ ਪਿਆ, ਇਹ ਟਿਕਿਆ ਹੋਇਆ ਹਿੱਲਦਾ ਕਿਉਂ ਨਹੀਂ ਹੈ। ਉਸ ਵੇਲੇ ਸ਼ਿਵ ਜੀ ਕਹਿਣ ਲੱਗੇ ਵੀ ਇਸਨੇ ਅਮਰ ਕਥਾ ਸੁਣੀ ਹੈ, ਇਹਦੇ ਵਿੱਚੋਂ ਵੀ ਕੋਈ ਹੁਣ ਸਿੱਧ ਮਹਾਂਪੁਰਖ ਹੀ ਪੈਦਾ ਹੋਵੇਗਾ। ਇਸ ਤਰ੍ਹਾਂ ਦੇ ਬਚਨ ਉਸ ਵੇਲੇ ਆਖੇ। ਸੋ ਕਹਿਣ ਲੱਗੇ ਜਦੋਂ ਮੋਹਣੀ ਅਵਤਾਰ ਧਾਰਿਆ ਹੈ ਸੋ ਅੰਮ੍ਰਿਤ ਅਤੇ ਜ਼ਹਿਰ ਨੂੰ ਵੰਡਣ ਵਾਸਤੇ, ਉਸ ਵੇਲੇ ਫਿਰ ਇਸ ਮਛੰਦਰਨਾਥ ਦਾ ਜਿਹੜੀ ਉਤਪਤੀ ਹੈ ਉਹ ਸ਼ਿਵ ਜੀ ਦੀ ਬਿੰਦ ਤੋਂ ਇਸ ਮੱਛ ਦੇ ਰਾਹੀਂ ਹੋਈ ਹੈ। ਲੰਮਾ ਇਤਿਹਾਸ ਹੈ, ਲੰਮੀ ਸਾਖੀ ਹੈ, ਸਮਾਂ ਸੀਮਤ ਹੈ ਆਪਣੇ ਕੋਲ। ਇਸ ਤਰ੍ਹਾਂ ਇਹਦਾ ਨਾਂ ਤਾਂ ਮਛੰਦਰਨਾਥ ਪਿਆ, ਮੱਛੀ ਦੇ ਪੇਟ ਤੋਂ ਪੈਦਾ ਹੋਣ ਵਾਲਾ। ਇਹਨੇ ਬੜਾ ਤਪ ਕੀਤਾ, ਤਪ ਕਰਕੇ ਬੜੀਆਂ ਸ਼ਕਤੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ। ਇੱਕ ਸਿੱਧੀ ਇਹ ਵੀ ਲੈ ਲਈ ਹੈ, ਇੱਕ ਸਰੀਰ ਨੂੰ ਛੱਡ ਕੇ ਦੂਜੇ ਸਰੀਰ ਵਿੱਚ ਚਲੇ ਜਾਣਾ। ਗੁਰਮੁਖੋ ਇੱਕ ਵੇਲੇ ਕਿਤੇ ਸਮਾਧੀ ਵਿੱਚ ਬੈਠਾ ਹੋਇਆ ਮਛੰਦਰਨਾਥ, ਇਹਨੂੰ ਪਤਾ ਲੱਗਾ ਕਿ ਜਿਹੜਾ ਸੰਗਲਾਦੀਪ ਦਾ ਰਾਜਾ ਹੈ ਸੋ ਉਹ ਮਰ ਗਿਆ ਹੈ, ਉਹਦੀਆਂ ਰਾਣੀਆਂ ਬੜੀਆਂ ਸੁੰਦਰ ਹਨ। ਇਹ ਆਪਣਾ ਸਰੀਰ ਛੱਡ ਕੇ ਤੇ ਆਪਣੀ ਆਤਮਾ ਨੂੰ ਕੱਢ ਕੇ ਤੇ ਜਾ ਕੇ ਉਸ ਰਾਜੇ ਦੇ ਅੰਦਰ ਪ੍ਰਵੇਸ਼ ਹੋ ਗਿਆ। ਰਾਜੇ ਦੇ ਅੰਦਰ ਪ੍ਰਵੇਸ਼ ਹੋ ਕੇ ਰਾਜ ਭਾਗ ਦੇ ਸਾਰੇ ਸੁੱਖ ਭੋਗਦਾ ਹੈ। ਵਿਕਾਰੀ ਇਸਨੇ ਆਪਣੀ ਬਿਰਤੀ ਨੂੰ ਬਣਾ ਲਿਆ, ਵਿਕਾਰਾਂ ਵਿੱਚ ਡੁੱਬ ਗਿਆ। ਸਮਾਂ ਲੰਘਦਾ ਗਿਆ। ਇੱਕ ਵਾਰੀ ਗੋਰਖਨਾਥ ਦਾ ਜਿਹੜਾ ਮਿਲਾਪ ਹੈ ਉਹ ਚਲਦਿਆਂ ਚਲਦਿਆਂ ਸੋ ਕਹਿਣ ਲੱਗੇ ਕਿਸੇ ਸਿੱਧ ਦੇ ਨਾਲ ਹੋਇਆ, ਕਿਸੇ ਵਿਅਕਤੀ ਦੇ ਨਾਲ ਹੋਇਆ। ਕੋਈ ਮਹਾਤਮਾ ਸਨ ਜਾਂ ਕਹਿ ਲਈਏ ਕੋਈ ਸਾਧੂ ਸਨ, ਜਿਹੜੇ ਕਿ ਜਿਨ੍ਹਾਂ ਦਾ ਨਾਮ ਬਾਲ ਗੁੰਦਾਈ ਕਰਕੇ ਆਉਂਦਾ ਇਤਿਹਾਸ ਦੇ ਵਿੱਚ। ਬਾਲ ਗੁੰਦਾਈ ਨਾਮ ਦਾ ਕੋਈ ਮਹਾਤਮਾ, ਉਹਦੇ ਨਾਲ ਗੋਰਖਨਾਥ ਦਾ ਸੰਵਾਦ ਹੋਇਆ। ਗੋਰਖਨਾਥ ਨੇ ਸੁਭਾਵਿਕ ਹੀ ਕਹਿ ਦਿੱਤਾ ਵੀ ਸਾਡਾ ਯੋਗ ਮਤ ਬੜਾ ਵੱਡਾ ਹੈ। ਤੇ ਬਾਲ ਗੁੰਦਾਈ ਨੇ ਮਿਹਣਾ ਮਾਰਿਆ, ਕਹਿਣ ਲੱਗਾ ਜਾਓ ਜਾ ਕੇ ਕੰਮ ਕਰ, ਤੇ ਮੈਨੂੰ ਪਤਾ ਹੈ ਵੀ ਤੇਰਾ ਯੋਗ ਮਤ ਕਿੰਨਾ ਕੁ ਵੱਡਾ। ਤੇਰਾ ਗੁਰੂ ਤੇ ਜਾ ਫਲਾਣੇ ਰਾਜੇ ਦੀ ਦੇਹ ਵਿੱਚ ਵੜ ਕੇ ਬੈਠਾ ਹੈ, ਉੱਥੇ ਜਾ ਕੇ ਵਿਕਾਰ ਭੋਗਦਾ। ਜਿਨ੍ਹਾਂ ਦਾ ਗੁਰੂ ਇਹੋ ਜਿਹਾ, ਉਹਦੇ ਚੇਲੇ ਕਿਹੋ ਜਿਹਾ ਹੋਣਗੇ। ਜਦੋਂ ਇਹ ਮਿਹਣਾ ਮਾਰਿਆ ਗੋਰਖਨਾਥ ਨੂੰ ਬੜਾ ਗੁੱਸਾ ਆਇਆ ਵੀ ਮੇਰੇ ਗੁਰੂ ਦੀਆਂ ਕਰਤੂਤਾਂ ਮਾੜੀਆਂ ਤੇ ਮਿਹਣੇ ਮੈਨੂੰ ਮਿਲਦੇ ਪਏ। ਵਾਪਸ ਆ ਗਿਆ। ਉਸ ਵੇਲੇ ਪਤਾ ਕੀਤਾ ਵੀ ਗੋਰਖਨਾਥ ਦਾ ਗੁਰੂ ਮਛੰਦਰਨਾਥ ਹੈ ਕਿੱਥੇ। ਪਤਾ ਲੱਗਾ ਵੀ ਉਹ ਸੰਗਲਾਦੀਪ ਦੇ ਵਿੱਚ ਰਾਜਾ ਹੈ। ਜਿਸ ਰਾਜੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਿਲੇ ਸਨ ਨਾ, ਸ਼ਿਵ ਨਾਭ ਨੂੰ, ਇਹ ਉਸ ਰਾਜੇ ਦਾ ਪਿਤਾ ਹੈ। ਵੇਖਿਆ ਵੀ ਇਹ ਤੇ ਉਹਦੇ ਸਰੀਰ ਵਿੱਚ ਜਾ ਕੇ ਵੜ ਕੇ ਬੈਠਾ ਹੈ।
ਹੁਣ ਮਛੰਦਰਨਾਥ ਨੂੰ ਵੀ ਪਤਾ ਵੀ ਮੇਰੇ ਚੇਲੇ ਮੇਰੇ ਮਗਰ ਆਉਣਗੇ। ਉਹਨੇ ਐਲਾਨ ਕਰ ਦਿੱਤਾ ਵੀ ਕੋਈ ਵੀ ਕੰਨ ਪਾਟਾ ਜੋਗੀ ਮੇਰੇ ਮਹਿਲਾਂ ਦੇ ਨੇੜੇ ਨਾ ਆਵੇ। ਜਦੋਂ ਗੋਰਖਨਾਥ ਪਹੁੰਚਿਆ, ਵੇਖਿਆ ਵੀ ਇਹਨਾਂ ਨੇ ਮੈਨੂੰ ਨੇੜੇ ਨਹੀਂ ਜਾਣ ਦੇਣਾ। ਕੀ ਵੇਖਦਾ ਹੈ ਵੀ ਰਾਜੇ ਦੀ ਸਭਾ ਦੇ ਵਿੱਚ ਤਵਾਇਫ ਨੱਚਦੀ ਆ ਕੇ, ਤੇ ਨਾਲ ਉਹਦੇ ਸਾਜੀ ਆਉਂਦੇ ਸਾਜ਼ ਵਜਾਉਣ ਵਾਲੇ, ਤੇ ਰਾਜਾ ਬੜੇ ਧਿਆਨ ਦੇ ਨਾਲ ਉਹਨਾਂ ਦੇ ਨਾਚ ਨੂੰ ਵੇਖਦਾ ਹੈ। ਇਸ ਗੋਰਖਨਾਥ ਨੇ ਫਿਰ ਆਪਣਾ ਭੇਸ ਬਦਲ ਕੇ ਉਹ ਜਿਹੜਾ ਤਵਾਇਫਾਂ ਦੇ ਨਾਲ ਗਾਉਣ ਵਾਲਾ ਆਉਂਦਾ ਉਹਨੂੰ ਆਪਣਾ ਗੁਰੂ ਬਣਾ ਕੇ ਤੇ ਉਹਦੇ ਕੋਲੋਂ ਤਬਲਾ ਸਿੱਖਿਆ ਕਿ ਮੈਨੂੰ ਆਪਣਾ ਸ਼ਾਗਿਰਦ ਬਣਾ ਕੇ ਤਬਲਾ ਸਿਖਾਓ। ਕਾਫੀ ਸਮਾਂ ਉਹਦੇ ਨਾਲ ਤਬਲਾ ਸਿੱਖਣ ਤੋਂ ਬਾਅਦ ਵਿੱਚ ਇੱਕ ਦਿਨ ਉਸਨੇ ਆਖਿਆ ਵੀ ਤੂੰ ਬੜਾ ਸੋਹਣਾ ਤਬਲਾ ਵਜਾਉਂਦਾ ਹੈ, ਇਸ ਤਰ੍ਹਾਂ ਦਾ ਤਬਲਾ ਤੇ ਰਾਜ ਦਰਬਾਰਾਂ ਵਿੱਚ ਵੱਜਿਆ ਕਰਦਾ ਹੈ। ਉਸ ਵੇਲੇ ਗੋਰਖਨਾਥ ਨੇ ਆਖਿਆ ਜੀ ਮੈਨੂੰ ਫਿਰ ਨਾਲ ਹੀ ਲੈ ਚੱਲੋ, ਅੱਜ ਤੁਸੀਂ ਜਾਣਾ ਹੈ ਨਾ ਰਾਜੇ ਦੀ ਸਭਾ ਵਿੱਚ ਗਾਉਣ ਵਾਸਤੇ, ਮੈਨੂੰ ਨਾਲ ਲੈ ਕੇ ਚੱਲੋ। ਇਸ ਤਰ੍ਹਾਂ ਆਪਣੀਆਂ ਜਿਹੜੀਆਂ ਮੁੰਦਰਾਂ ਸਨ ਬਲੌਰ ਦੀਆਂ ਕੰਨ ਵਿੱਚ ਪਾਈਆਂ, ਉਹਨਾਂ ਨੂੰ ਪੱਗ ਨੀਵੀਂ ਕਰਕੇ ਉੱਤੇ ਦੀ ਪੱਲਾ ਕਰਕੇ ਤੇ ਢੱਕ ਲਿਆ। ਜੋਗੀ ਅੱਜ ਵੀ ਪੱਗ ਬੰਨ੍ਹਦੇ ਨਾ, 2 ਪੱਲੇ ਥੱਲੇ ਨੂੰ ਛੱਡ ਲੈਂਦੇ ਪੱਗ ਦੇ ਲੜ। ਉਹ ਇਹਨਾਂ ਦਾ ਵਿਚਾਰ ਇਹ ਆ ਵੀ ਸਾਡੇ ਗੁਰੂ ਗੋਰਖਨਾਥ ਨੇ ਪੱਗ ਇਸ ਤਰ੍ਹਾਂ ਬੱਧੀ ਸੀ ਮੁੰਦਰਾਂ ਢੱਕਣ ਵਾਸਤੇ, ਤੇ ਅੱਜ ਵੀ ਉਸ ਦੀ ਪਰੰਪਰਾ ਨੂੰ ਉਹ ਕਾਇਮ ਰੱਖਦੇ, ਉਸੇ ਤਰ੍ਹਾਂ ਹੀ ਕਰਦੇ। ਇਸ ਤਰ੍ਹਾਂ ਫਿਰ ਗੋਰਖਨਾਥ ਗਾਉਣ ਵਾਸਤੇ ਕਹਿਣ ਲੱਗੇ, ਰਾਜੇ ਦੀ ਸਭਾ ਵਿੱਚ ਪਹੁੰਚਾ। ਰਾਜੇ ਦੀ ਸਭਾ ਵਿੱਚ ਨੱਚਦਿਆਂ ਹੋਇਆਂ ਰਾਜੇ ਨੇ ਵੇਖਿਆ ਵੀ ਇਹ ਜਿਹੜਾ ਵਿਅਕਤੀ ਹੈ ਤਬਲਾ ਬੜਾ ਸੋਹਣਾ ਵਜਾਉਂਦਾ ਹੈ। ਉਸ ਵੇਲੇ ਰਾਜੇ ਨੇ ਆਖਿਆ ਵੀ ਇਹਨੂੰ ਇਨਾਮ ਦੇਣਾ ਚਾਹੀਦਾ, ਇਹਨੇ ਬੜਾ ਸੋਹਣਾ ਤਬਲਾ ਵਜਾਇਆ ਹੈ। ਗੋਰਖਨਾਥ ਨੇ ਵੇਖਿਆ ਵੀ ਹੁਣ ਇਹਦਾ ਧਿਆਨ ਮੇਰੇ ਵੱਲੇ ਹੈ। ਫਿਰ ਤਬਲਾ ਵਜਾਉਂਦਿਆਂ ਉਸਨੇ ਆਖਿਆ, ਕਹਿਣ ਲੱਗਾ ਜਾਗ ਮਛੰਦਰਾ ਗੋਰਖ ਆਏ, ਜਾਗ ਮਛੰਦਰਾ ਗੋਰਖ ਆਏ। ਜਦੋਂ 2-4 ਵਾਰੀ ਇਹ ਗੱਲ ਕਹੀ ਹੈ, ਫਿਰ ਮਛੰਦਰਨਾਥ ਨੂੰ ਸ਼ਰਮ ਆਈ ਕਿ ਮੇਰਾ ਚੇਲਾ ਤੇ ਜਤੀ ਸਤੀ ਹੈ, ਮੈਂ ਗੁਰੂ ਹੋ ਕੇ ਕਿਹੋ ਜਿਹੇ ਪੁੱਠੇ ਕੰਮ ਕਰਦਾ ਪਿਆ। ਫਿਰ ਉਸ ਸਰੀਰ ਵਿੱਚੋਂ, ਰਾਜੇ ਦੇ ਸਰੀਰ ਵਿੱਚੋਂ ਨਿਕਲ ਕੇ ਆਪਣੇ ਸਰੀਰ ਦੇ ਵਿੱਚ ਆਇਆ। ਜਦੋਂ ਆਪਣੇ ਸਰੀਰ ਵਿੱਚ ਆਇਆ, ਉਸ ਵੇਲੇ ਗੋਰਖਨਾਥ ਨੇ ਸਮਝਾਇਆ, ਕਹਿਣ ਲੱਗਾ ਜੀ ਤੁਸੀਂ ਗੁਰੂ ਹੋ, ਤੁਹਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਮਛੰਦਰਨਾਥ ਕਹਿਣ ਲੱਗਾ ਵੀ ਤੂੰ ਮੇਰਾ ਚੇਲਾ ਹੈ, ਚੇਲਾ ਗੁਰੂ ਨੂੰ ਉਪਦੇਸ਼ ਨਹੀਂ ਦੇ ਸਕਦਾ ਹੈ, ਮੇਰੀ ਮਰਜ਼ੀ, ਮੈਂ ਜੋ ਮਰਜ਼ੀ ਕਰਾਂ। ਉਸ ਵੇਲੇ ਗੋਰਖਨਾਥ ਨੇ ਵੇਖਿਆ ਵੀ ਇਹਨੇ ਮੇਰੀ ਗੱਲ ਤੇ ਮੰਨਣੀ ਨਹੀਂ ਹੈ। ਫਿਰ ਮਛੰਦਰਨਾਥ ਨੂੰ ਗੁਰੂ ਨਾਨਕ ਸਾਹਿਬ ਦੇ ਕੋਲ ਲੈ ਕੇ ਆਇਆ। ਕਹਿਣ ਲੱਗਾ ਜੀ ਇਹ ਮੇਰਾ ਗੁਰੂ ਹੈ, ਇਹ ਫਲਾਣੇ ਰਾਜੇ ਦੇ ਸਰੀਰ ਵਿੱਚ ਜਾ ਕੇ ਵੜ ਕੇ ਬੈਠਾ, ਵਿਕਾਰਾ ਭੋਗਦਾ ਹੈ, ਲੋਕ ਸਾਨੂੰ ਮਿਹਣਾ ਮਾਰਦੇ ਨੇ, ਸਾਡੀ ਗੱਲ ਤੇ ਸੁਣਦਾ ਨਹੀਂ, ਆਖਦਾ ਵੀ ਤੁਸੀਂ ਮੇਰੇ ਚੇਲੇ ਹੋ, ਪਾਤਸ਼ਾਹ ਤੁਸੀਂ ਗੁਰੂ ਹੋ, ਤੁਸੀਂ ਕਿਰਪਾ ਕਰਕੇ ਇਹਨੂੰ ਸਮਝਾਓ, ਇਹਦੀ ਅਕਲ ਟਿਕਾਣੇ ਆਵੇ, ਇਹ ਮਾੜੇ ਕੰਮਾਂ ਤੋਂ ਬਚੇ। ਐਸਾ ਬਚਨ ਸੁਣ ਕੇ ਫਿਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਛੰਦਰਨਾਥ ਨੂੰ ਉਪਦੇਸ਼ ਦਿੰਦਿਆਂ ਹੋਇਆਂ ਇਹ ਸ਼ਬਦ ਬਖਸ਼ਿਸ਼ ਕਰਦੇ ਹਨ। ਸੁਣ ਮਛੰਦਰਾ ਨਾਨਕ ਬੋਲਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗਿਆ ਮਛੰਦਰਨਾਥ ਜੋਗੀ, ਮਛੰਦਰਨਾਥ ਨੂੰ ਤਾਂ ਕਿਹਾ ਕਿਉਂਕਿ ਉਹ ਮੱਛੀ ਦੇ ਪੇਟ ਤੋਂ ਪੈਦਾ ਹੋਇਆ। ਮਛੰਦਰਨਾਥ ਦੀ ਮਾਂ ਮੱਛੀ ਹੈ ਅਤੇ ਪਿਤਾ ਉਸ ਦਾ ਸ਼ਿਵ ਜੀ ਮੰਨਿਆ ਜਾਂਦਾ ਹੈ। ਗੋਰਖਨਾਥ ਗੋਹੇ ਵਿੱਚੋਂ ਪੈਦਾ ਹੋਇਆ, ਇਸ ਕਰਕੇ ਉਸ ਨੂੰ ਗੋਰਖਨਾਥ ਆਖਿਆ ਜਾਂਦਾ ਹੈ। ਇਸ ਤਰ੍ਹਾਂ ਦੇ ਇਤਿਹਾਸ ਇਹਨਾਂ ਦੇ ਗ੍ਰੰਥਾਂ ਵਿੱਚ ਲਿਖੇ ਨੇ, ਕੱਢਣ ਪਾਉਣ ਵਾਲਾ ਵਿੱਚੋਂ ਕੁਝ ਵੀ ਨਹੀਂ ਹੈ। ਕੰਮ ਸਾਰੇ ਇਸ ਤਰ੍ਹਾਂ ਦੇ ਕੀਤੇ ਜਿਸ ਤਰ੍ਹਾਂ ਦੇ ਆਪਾਂ ਸੁਣਦੇ ਪਏ ਹਾਂ। ਮਹਾਰਾਜ ਕਹਿਣ ਲੱਗੇ ਆ ਮਛੰਦਰਨਾਥ ਜੋਗੀ ਸੁਨਾ ਕਰ ਨਾਨਕ ਬੋਲੇ, ਗੁਰੂ ਨਾਨਕ ਸਾਹਿਬ ਆਖਦੇ ਹਨ ਵਸਗਤ ਪੰਚ ਕਰੇ ਨਹਿ ਡੋਲੇ। 5 ਗਿਆਨ ਇੰਦਰੀਆਂ ਨੂੰ ਆਪਣੇ ਵਸ ਕਰ ਲਵੇਂ, ਜਾਂ 5 ਜਿਹੜੇ ਕਾਮ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹੜੇ ਵਕਾਰ ਨੇ, ਇਹਨਾਂ 5 ਨੂੰ ਵਸ ਕਰ ਲਵੇਂਗਾ, ਫਿਰ ਡੋਲੇਗਾ ਨਹੀਂ ਕਦੇ ਵਿਕਾਰਾਂ ਦੇ ਵਿੱਚ। ਐਸੀ ਜੁਗਤ ਜੋਗ ਕੋ ਪਾਲੇ। ਜਿਹੜਾ ਇਸ ਤਰ੍ਹਾਂ ਦੀ ਜੁਗਤੀ ਕਰਕੇ ਜੋਗ ਨੂੰ ਪਾਲਦਾ, ਕੱਲਾ ਜੋਗੀ ਬਣ ਨਾਲ ਨਹੀਂ ਤਰਿਆ ਜਾਣਾ, ਇਹ ਜੁਗਤ ਵੀ ਰੱਖਣੀ ਪੈਣੀ ਹੈ, ਨਾਲ ਵੀ 5 ਵਿਕਾਰਾਂ ਤੋਂ ਬਚ ਕੇ ਰਹਿਣਾ। ਜਿਹੜਾ ਵਿਅਕਤੀ ਇਸ ਤਰ੍ਹਾਂ ਦੀ ਜੋਗ ਨੂੰ ਧਾਰਨ ਕਰਦਾ ਹੈ ਫਿਰ ਬਖਸ਼ਦੇ ਹਨ। ਐਸੀ ਜੁਗਤ ਜੋਗ ਕੋ ਪਾਲੇ। ਇਸ ਜੁਗਤੀ ਦੇ ਨਾਲ ਜੋਗ ਕੋ ਪਾਲੇ, ਜੋਗ ਨੂੰ ਵਧਾਉਣਾ ਕਰ, ਜੋਗ ਪੁਣੇ ਵਿੱਚ ਵਧਣਾ ਕਰ। ਆਪ ਤਰੈ ਸਗਲੇ ਕੁਲ ਤਾਰੇ। ਉਹ ਫਿਰ ਆਪ ਵੀ ਤਰ ਜਾਂਦਾ ਤੇ ਆਪਣੀਆਂ ਸਾਰੀਆਂ ਕੁੱਲਾਂ ਵੀ ਤਾਰ ਲੈਂਦਾ ਹੈ। ਸੋ ਅਵਧੂਤ ਐਸੀ ਮਤ ਪਾਵੈ। ਉਹ ਅਵਧੂਤ ਐਸਾ ਹੈ, ਉਹਨੂੰ ਐਸੀ ਮਤ ਬੁੱਧ ਕਹੀਏ ਪ੍ਰਾਪਤ ਹੁੰਦੀ ਹੈ। ਐਨ ਸੁਨ ਸਮਾਦ ਸਮਾਵੈ। ਐਨਿਸ ਦਿਨੇ ਰਾਤ ਸੁਣ ਕਹੀਏ ਨਿਰਕਲਪ ਸਮਾਧੀ ਵਿੱਚ ਸਮਾਉਂਦਾ ਹੈ। ਜਿਹਨੂੰ ਇਸ ਤਰ੍ਹਾਂ ਦੀ ਮੱਤ ਆਈ ਹੈ ਨਾ, ਜਿਹੜੇ ਬਚਨ ਮਹਾਰਾਜ ਨੇ ਲਿਖੇ, ਜਿਹੜੇ ਇਹਨਾਂ ਬਚਨਾਂ ਨੂੰ ਧਾਰਨ ਕਰੇਗਾ, ਫਿਰ ਪਾਤਸ਼ਾਹ ਕਹਿਣ ਲੱਗੇ ਅਫੁਰ ਸਮਾਧੀ ਵਿੱਚ ਉਹ ਵਿਅਕਤੀ ਸਮਾ ਜਾਂਦਾ ਹੈ। ਭਿਖਿਆ ਭਾਏ ਭਗਤ ਪੈ ਚੱਲੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਰੱਬ ਦਾ ਡਰ ਧਾਰਨ ਕਰਨਾ ਹੈ,
ਭਿਖਿਆ ਭਾਏ, ਭਾਏ ਕਹੀਏ ਪ੍ਰੇਮਾ, ਪ੍ਰੇਮਾ ਭਗਤੀ ਕਰਨੀ, ਇਹੋ ਹੀ ਭਿਖਿਆ ਲੈਣੀ ਹੈ, ਉਹਦੇ ਭੈ ਦੇ ਵਿੱਚ ਚੱਲਣਾ ਕਰੇ। ਹੋਵੈ ਸੋ ਤ੍ਰਿਪਤ ਸੰਤੋਖ ਮੁੱਲਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਮੋਲਕ ਸੰਤੋਖ ਦੇ ਨਾਲ ਫਿਰ ਉਹ ਤ੍ਰਿਪਤ ਹੋ ਜਾਂਦਾ ਹੈ। ਧਿਆਨ ਰੂਪ ਹੋਏ ਆਸਣ ਪਾਵੈ। ਜਿਹੜਾ ਧਿਆਨ ਲਾਉਣਾ ਹੈ ਇਹੋ ਹੀ ਗੁਰਮੁਖੋ ਆਸਣ ਲਾਉਣਾ ਹੈ, ਆਪਣੇ ਬੈਠਣ ਵਾਸਤੇ ਵਿਛਾਈ ਕਰਨੀ, ਵਿਛਾਈ ਇਹੋ ਹੀ ਕਰਨੀ ਜਿਹੜਾ ਪ੍ਰਮਾਤਮਾ ਦੇ ਨਾਲ ਧਿਆਨ ਲਾਉਣਾ ਹੈ। ਸਚ ਨਾਮ ਤਾੜੀ ਚਿਤ ਲਾਵੈ। ਜਿਹੜਾ ਸੱਚਾ ਨਾਮ ਜਪਣਾ ਹੈ ਇਹੋ ਹੀ ਤਾੜੀ ਕਹੀਏ ਸਮਾਧੀ ਲਾਉਣੀ ਹੈ। ਸਮਾਧੀ ਲਾਉਣੀ ਕਿਹੜੀ ਹੈ? ਜਿਹੜਾ ਸੱਚਾ ਨਾਮ ਜਪਣਾ, ਕੱਲਾ ਅੱਖਾਂ ਮੀਟਿਆਂ ਕੁਝ ਨਹੀਂ ਹੋਣਾ। ਸਮਾਧੀ ਲਾਓ, ਨਾਮ ਜਪੋ, ਨਾਮ ਜਪਣਾ ਹੀ ਅਸਲ ਵਿੱਚ ਸਮਾਧੀ ਲਾਉਣਾ ਹੈ। ਨਾਨਕ ਬੋਲਾ ਅੰਮ੍ਰਿਤ ਬਾਣੀ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅਸੀਂ ਨਾਮ ਬਾਣੀ ਨੂੰ ਬੋਲਦੇ ਹਾਂ, ਜਾਂ ਕਹਿ ਲਈਏ ਨਾਨਕ ਬੋਲਾ ਅੰਮ੍ਰਿਤ ਬਾਣੀ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਅੰਮ੍ਰਿਤ ਵਾਂਗੂ ਮਿੱਠੀ ਬਾਣੀ ਬੋਲਣਾ ਕਰੇ, ਮਿੱਠੇ ਮਿੱਠੇ ਬਚਨ ਬੋਲਣਾ ਕਰੇ। ਸੁਣ ਮਾਛਿੰਦਰਾ ਅਵਧੂ ਨਿਸ਼ਾਨੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੈ ਮਛੰਦਰਨਾਥ ਜੋਗੀ, ਇਹ ਅਵਧੂਤ ਹੋਣ ਦੀ ਨਿਸ਼ਾਨੀ ਹੈ। ਇਸ ਤੋਂ ਪਤਾ ਲੱਗਦਾ ਵੀ ਇਹ ਵੱਡਾ ਸਿੱਧ ਹੈ, ਵੱਡਾ ਮਹਾਂਪੁਰਖ ਹੈ, ਜਿਹਦਾ ਮਨ ਸ਼ੁੱਧ ਹੋ ਗਿਆ। ਇਹ ਉਸ ਦੀਆਂ ਨਿਸ਼ਾਨੀਆਂ ਹਨ। ਆਸਾ ਮਾਹੇ ਨਿਰਾਸ਼ ਬੁਲਾਏ। ਆਸਾ ਰੂਪੀ ਪ੍ਰਪੰਚ ਵਿੱਚ ਰਹਿੰਦਿਆਂ ਹੋਇਆਂ ਨਿਰਾਸ਼ ਕਹੀਏ ਆਸਾ ਤੋਂ ਰਹਿਤ ਹੋ ਕੇ ਰਵੇ। ਇਹ ਦੁਨੀਆ ਹੈ ਆਸਾ ਦੀ, ਇਸ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਆਸਾ ਤੋਂ ਨਿਰਾਸ਼ ਹੋ ਕੇ ਰਹਿਣਾ ਕਰੇ। ਨਿਚੋ ਨਾਨਕ ਕਰਤੇ ਪਾਏ। ਅਤੇ ਇਸੇ ਤਰ੍ਹਾਂ ਵਿਲਾਏ ਤੋਂ ਭਾਵ ਹੈ ਉਮਰਾਂ ਬਤੀਤ ਕਰਨੀ। ਦੁਨੀਆ ਵਿੱਚ ਰਹਿੰਦਿਆਂ ਹੋਇਆਂ ਆਸਾ ਤੋਂ ਨਿਰਲੇਪ ਹੋ ਕੇ ਆਪਣੀ ਉਮਰਾਂ ਨੂੰ ਬਤੀਤ ਕਰਨਾ ਕਰੇ। ਨਿਚੋ ਨਾਨਕ ਕਰਤੇ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਨਿਸ਼ਚੋ, ਨਿਸ਼ਚੇ ਨਾਲ ਹੀ ਉਹ ਪ੍ਰਮਾਤਮਾ ਅਕਾਲ ਪੁਰਖ ਨੂੰ ਪ੍ਰਾਪਤ ਕਰ ਲੈਂਦੇ ਹਨ। ਪ੍ਰਣਵਤ ਨਾਨਕ ਅਗਮ ਸੁਣਾਏ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਆ ਮਛੰਦਰਨਾਥ ਜੋਗੀ ਅਗਮ ਸੁਣਾਏ, ਅਸੀਂ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਬਚਨ ਸੁਣਾਉਂਦੇ ਹਾਂ। ਗੁਰ ਚੇਲੇ ਕੀ ਸੰਧ ਮਿਲਾਏ। ਇਹ ਗੁਰੂ ਅਤੇ ਚੇਲੇ ਦੀ ਜਿਹੜੀ ਮਿਲਾਉਣੀ ਹੈ ਨਾ, ਉਸ ਨੂੰ ਮਿਲਾਵੇ, ਫਰਕ ਨਾ ਰੱਖੇ। ਗੁਰੂ ਚੇਲੇ ਦਾ ਫਰਕ ਨਾ ਰਵੇ, ਦੋਨੇ ਇੱਕ ਰੂਪ ਹੀ ਹੋ ਜਾਣ ਤਾਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਦੇਖਿਆ ਦਾਰੂ ਭੋਜਨ ਖਾਏ। ਸਤਿਗੁਰੂ ਪਾਤਸ਼ਾਹ ਨੂੰ ਜੋਗੀਆਂ ਨੇ ਆਖਿਆ ਮਹਾਰਾਜ ਸ਼ਰਾਬ ਪੀ ਲਈਏ ਤੇ ਬਿਰਤੀ ਬੜੀ ਲੱਗਦੀ ਹੈ, ਧਿਆਨ ਬੜਾ ਟਿਕਦਾ ਹੈ, ਸ਼ਰਾਬ ਪੀਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਨਹੀਂ ਭਾਈ, ਦੀਖਿਆ ਤੋਂ ਭਾਵ ਹੈ ਸਿੱਖਿਆ। ਕਹਿਣ ਲੱਗੇ ਸਿੱਖਿਆ ਰੂਪੀ ਦਾਰੂ ਪੀਓ। ਆ ਜਿਹੜੀ ਮਿਲਦੀ ਹੈ ਬਾਜ਼ਾਰਾਂ ਵਿੱਚੋਂ ਦਾਰੂ ਸ਼ਰਾਬ, ਇਹ ਨਹੀਂ ਪੀਣੀ ਹੈ, ਸਿੱਖਿਆ ਰੂਪੀ ਦਾਰੂ ਪੀਣਾ ਕਰੋ। ਸਿੱਖਿਆ ਨੇ ਤੁਹਾਡਾ ਭਲਾ ਕਰਨਾ। ਸਿੱਖ ਨਾਮ ਹੈ ਹੀ ਸਿੱਖਣ ਵਾਲੇ ਦਾ ਹੈ। ਪਾਤਸ਼ਾਹ ਕਹਿਣ ਲੱਗੇ ਇਹ ਸਿੱਖਿਆ ਰੂਪੀ ਜਿਹੜੀ ਦਾਰੂ ਹੈ ਇਸ ਨੂੰ ਪੀਵੇ ਤੇ ਭੋਜਨ ਖਾਏ, ਬ੍ਰਹਮ ਗਿਆਨ ਰੂਪੀ ਭੋਜਨ ਨੂੰ ਛਕਣਾ ਕਰੇ। ਛੇ ਦਰਸ਼ਨ ਕੀ ਸੋਝੀ ਪਾਏ। ਅਤੇ ਫਿਰ ਉਸ ਨੂੰ 6 ਭੇਖਾਂ ਦੀ ਕਹਿ ਲਈਏ ਵੀ ਸੋਝੀ ਆਉਂਦੀ ਹੈ, ਜਾਂ 6 ਦਰਸ਼ਨ ਤੋਂ ਭਾਵ ਹੈ ਵੀ 6 ਸ਼ਾਸਤਰਾਂ ਦੇ ਸਿਧਾਂਤ ਨੂੰ ਉਹ ਫਿਰ ਪ੍ਰਾਪਤ ਕਰ ਲੈਂਦਾ ਹੈ। ਉਹਨੂੰ 6 ਸ਼ਾਸਤਰਾਂ ਦਾ ਸੋ ਕਹਿ ਲਈਏ ਧਿਆਨ ਪ੍ਰਾਪਤ ਹੁੰਦਾ ਹੈ, ਸਿਧਾਂਤ ਪ੍ਰਾਪਤ ਹੁੰਦਾ ਹੈ, ਜਿਹਦੇ ਉੱਪਰ ਇਹ ਬ੍ਰਹਮ ਗਿਆਨ ਰੂਪੀ ਜਿਹਨੇ ਭੋਜਨ ਛਕਿਆ ਹੈ, ਜਿਹਨੇ ਇਸੇ ਤਰ੍ਹਾਂ ਸਿੱਖਿਆ ਰੂਪੀ ਸ਼ਰਾਬ ਪੀਤੀ ਹੈ, ਉਹਨੂੰ ਇਹ ਦਾਤਾਂ ਪ੍ਰਾਪਤ ਹੁੰਦੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਸਾਰੇ ਸਿੱਧਾਂ ਨੂੰ ਤੇ ਮਛੰਦਰਨਾਥ ਨੂੰ ਉਪਦੇਸ਼ ਦਿੱਤਾ। ਦਿਓ ਸੱਜਣ ਅਸੀਂ ਸੜੀਆਂ ਸਾਹਿਬ ਸੇ ਮਿਲੋ। ਦੇਖਿਆ ਦਾਰੂ ਭੋਜਨ ਖਾਏ। 6 ਦਰਸ਼ਨ ਕੀ ਸੋਝੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।